ਮੈਂ ਕੁਲਦੀਪ ਸਿੰਘ ਲੈਕਚਰਰ ਪੰਜਾਬੀ ਸਾਹਿਤ ਆਪ ਸਭ ਵਿਦਿਆਰਥੀਆਂ ਨੂੰ ਇਸ ਜਮਾਤ ਦੇ ਵਿੱਚ ਜੀ ਆਇਆਂ ਨੂੰ ਆਖਦਾ ਹਾਂ ਤੇ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਪੰਜਾਬੀ ਸਾਹਿਤ ਦਾ ਸੰਖੇਪ ਇਤਿਹਾਸ। ਜਮਾਤ 11ਵੀਂ ਦੇ ਲਈ ਅਸੀਂ ਇਹ ਕਰ ਰਹੇ ਹਾਂ ਤਾਂ ਅਸੀਂ ਸ਼ੁਰੂਆਤ ਤੋਂ ਲੈ ਕੇ ਆਦਿ ਤੋਂ ਲੈ ਕੇ ਜਿਹੜਾ ਪੰਜਾਬੀ ਸਾਹਿਤ ਦਾ ਇਤਿਹਾਸ ਹੈ ਉਸ ਦੀ ਗੱਲ ਕਰਾਂਗੇ। ਸਾਰਿਆਂ ਤੋਂ ਪਹਿਲਾਂ ਅਸੀਂ ਇਹ ਸਮਝ ਲਈਏ ਕਿ ਸਾਹਿਤ ਦਾ ਇਤਿਹਾਸ ਹੁੰਦਾ ਕੀ ਹੈ। ਇਤਿਹਾਸ ਦੇ ਨਾਲੋਂ ਸਾਹਿਤ ਦੇ ਇਤਿਹਾਸ ਦਾ ਕੀ ਫਰਕ ਹੈ, ਅਸੀਂ ਉਸ ਦੀ ਗੱਲ ਕਰਨੀ ਹੈ। ਇਤਿਹਾਸ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਜੋ ਘਟਨਾਵਾਂ ਹਨ ਉਹਨਾਂ ਦਾ ਵੇਰਵਾ ਤਾਰੀਖਬੱਧ ਜਦੋਂ ਪੇਸ਼ ਕੀਤਾ ਜਾਂਦਾ ਹੈ ਤੇ ਉਸ ਨੂੰ ਇਤਿਹਾਸ ਕਹਿੰਦੇ ਹਾਂ। ਇਸ ਦੇ ਉਲਟ ਜਿਹੜਾ ਸਾਹਿਤ ਦਾ ਇਤਿਹਾਸ ਹੈ ਤੇ ਸਾਹਿਤ ਦੀ ਰਚਨਾ ਕਿਸ ਕਾਲ ਦੇ ਵਿੱਚ ਹੋਈ, ਉਸ ਦਾ ਵਿਕਾਸ ਕਿਵੇਂ ਹੋਇਆ ਅੱਗੇ, ਇਹ ਜਿਹੜੀ ਗੱਲ ਕੀਤੀ ਜਾਂਦੀ ਹੈ। ਭਾਵ ਜਿਵੇਂ ਇਤਿਹਾਸ ਦੇ ਵਿੱਚ ਘਟਨਾਵਾਂ ਦਾ ਵੇਰਵਾ ਹੁੰਦਾ ਹੈ ਉਸੇ ਤਰੀਕੇ ਨਾਲ ਸਾਹਿਤ ਦੇ ਇਤਿਹਾਸ ਵਿੱਚ ਇਤਿਹਾਸ ਦਾ ਵੇਰਵਾ ਮਿਲਦਾ ਹੈ ਸਾਨੂੰ ਤਾਰੀਖਬੱਧ ਕਾਲਬੱਧ, ਤਾਂ ਉਸੇ ਨੂੰ ਅਸੀਂ ਸਾਹਿਤ ਦਾ ਇਤਿਹਾਸ ਕਹਿੰਦੇ ਹਾਂ। ਤਾਂ ਇਹ ਸਾਹਿਤ ਦਾ ਇਤਿਹਾਸ ਦੇ ਨਾਲੋਂ ਇਸ ਗੱਲ ਤੋਂ ਵੱਖਰਾਪਣ ਆਪਣਾ ਰੱਖਦਾ ਹੈ। ਤੇ ਸਾਹਿਤ ਦੇ ਇਤਿਹਾਸ ਦੀ ਵੰਡ ਤੇ ਉਸ ਦੇ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਉਹਦੇ 3 ਕਾਲ ਮੰਨੇ ਗਏ ਹਨ ਮੁੱਖ ਰੂਪ ਤੋਂ: ਆਦਿ ਕਾਲ, ਮੱਧ ਕਾਲ ਤੇ ਆਧੁਨਿਕ ਕਾਲ। ਮੋਟੇ ਰੂਪ ਤੋਂ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਸਾਹਿਤ ਦੇ ਇਤਿਹਾਸ ਨੂੰ: ਆਦਿ ਕਾਲ, ਮੱਧ ਕਾਲ ਤੇ ਆਧੁਨਿਕ ਕਾਲ। ਆਦਿ ਤੋਂ ਭਾਵ ਸ਼ੁਰੂਆਤ ਤੋਂ ਹੈ, ਮੱਧ ਕਾਲ ਤੋਂ ਭਾਵ ਵਿਚਕਾਰਲੇ ਸਮੇਂ ਤੋਂ ਹੈ ਤੇ ਆਧੁਨਿਕ ਕਾਲ ਤੋਂ ਮਤਲਬ ਹੁਣ ਦੇ ਸਮੇਂ ਤੋਂ ਹੈ। ਮੋਟੀ ਜਿਹੜੀ ਵੰਡ ਹੈ ਉਹ ਤਾਂ ਇਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ 3 ਭਾਗਾਂ ਦੇ ਵਿੱਚ। ਫਿਰ ਅੱਗੇ ਵੀ ਇਸ ਦੀ ਵੰਡ ਕੀਤੀ ਹੋਈ ਸਾਨੂੰ ਮਿਲਦੀ ਹੈ। ਉਹ ਜਿਹੜੇ ਸਾਹਿਤ ਦਾ ਇਤਿਹਾਸ ਲਿਖਣ ਵਾਲੇ ਹਨ ਵਿਦਵਾਨ, ਉਹਨਾਂ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਕੀਤੀ ਹੈ ਸਾਹਿਤ ਦੀ ਵੰਡ ਹੈ ਜਿਹੜੀ ਸਾਹਿਤ ਦਾ ਜਿਹੜੀ ਕਾਲ ਵੰਡ ਕੀਤੀ ਹੈ, ਪਰ ਉਸ ਨੂੰ ਇੱਕ ਸਾਂਝੇ ਰੂਪ ਦੇ ਵਿੱਚ ਜਿਹੜੀ ਸਾਡੇ ਪਾਠਕ੍ਰਮ ਦੇ ਵਿੱਚ ਵੰਡ ਕੀਤੀ ਗਈ ਹੈ ਅਸੀਂ ਉਸ ਦੀ ਵਿਚਾਰ ਕਰਦੇ ਹਾਂ। ਆਦਿ ਕਾਲ ਨੂੰ ਜਿਹੜਾ ਸਮਾਂ ਮੰਨਿਆ ਗਿਆ ਹੈ ਉਹ ਆਰੰਭ ਤੋਂ ਲੈ ਕੇ ਪੰਜਾਬੀ ਸਾਹਿਤ ਦੀ ਸ਼ੁਰੂਆਤ ਜਿੱਥੋਂ ਤੋਂ ਹੁੰਦੀ ਹੈ, ਪੰਜਾਬੀ ਸਾਹਿਤ ਦਾ ਜਿੱਥੋਂ ਮੁੱਢ ਵੱਜਦਾ ਹੈ, ਉਸ ਤੋਂ ਲੈ ਕੇ ਪੰਜਾਬੀ ਸਾਹਿਤ ਦੇ ਮੁੱਢ ਤੋਂ ਲੈ ਕੇ ਤੇ 1500 ਤੱਕ ਦਾ ਜਿਹੜਾ ਸਮਾਂ ਹੈ ਉਸ ਨੂੰ ਆਦਿ ਕਾਲ ਦੇ ਵਿੱਚ ਰੱਖਿਆ ਗਿਆ ਹੈ। ਸ਼ੁਰੂਆਤ ਤੋਂ ਲੈ ਕੇ ਪੰਜਾਬੀ ਸਾਹਿਤ ਦਾ ਮੁੱਢ ਜਿੱਥੋਂ ਵੱਜਿਆ ਉਸ ਤੋਂ ਬਾਅਦ 1500 ਈਸਵੀ ਤੱਕ ਦਾ ਜਿਹੜਾ ਸਮਾਂ ਹੈ ਉਸ ਦੇ ਵਿਚਕਾਰ ਜਿਹੜਾ ਸਾਹਿਤ ਲਿਖਿਆ ਗਿਆ ਉਸ ਨੂੰ ਅਸੀਂ ਆਦਿ ਕਾਲ ਦਾ ਸਾਹਿਤ ਕਹਿੰਦੇ ਹਾਂ। ਉਸ ਤੋਂ ਬਾਅਦ ਨਾਨਕ ਕਾਲ 1500 ਤੋਂ ਲੈ ਕੇ 1700 ਤੱਕ ਦਾ ਜਿਹੜਾ ਸਮਾਂ ਹੈ ਉਸ ਨੂੰ ਅਸੀਂ ਨਾਨਕ ਕਾਲ ਦੇ ਨਾਮ ਤੋਂ ਜਾਣਦੇ ਹਾਂ। ਇੱਥੇ ਹੁਣ ਕਈ ਵਿਦਿਆਰਥੀਆਂ ਨੂੰ ਇਹ ਭੁਲੇਖਾ ਹੋ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਤਾਂ ਹੋਇਆ 1469 ਦੇ ਵਿੱਚ ਤੇ ਉਹ ਜੋਤੀ ਜੋਤ ਸਮਾਉਂਦੇ ਹਨ 1539 ਦੇ ਵਿੱਚ। ਤਾਂ ਇਹ ਸਮਾਂ ਹੈ ਜਿਹੜਾ 1500 ਤੋਂ ਲਾ ਕੇ ਤੇ 1700 ਈਸਵੀ ਤੱਕ ਦਾ, ਇਸ ਨੂੰ ਨਾਨਕ ਕਾਲ ਕਿਵੇਂ ਕਿਹਾ ਗਿਆ? ਇਸ ਕਾਲ ਦੇ ਵਿੱਚ ਜਿਹੜਾ ਸਾਹਿਤ ਲਿਖਿਆ ਗਿਆ ਉਹ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਵਿਚਾਰਧਾਰਾ ਸੀ ਉਸ ਤੋਂ ਪ੍ਰਭਾਵਿਤ ਹੈ। ਤਾਂ ਉਸ ਪੂਰੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਕਾਰਨ ਉਸ ਕਾਲ ਦਾ ਜਿਹੜਾ ਸਾਹਿਤ ਹੈ ਉਸ ਨੂੰ ਨਾਨਕ ਕਾਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਤੇ ਇਹ ਸਮਾਂ ਹੈ ਜਿਹੜਾ ਇਹ 1500 ਤੋਂ ਲਾ ਕੇ ਤੇ 1700 ਈਸਵੀ ਤੱਕ ਦਾ ਹੈ ਜਿਸ ਨੂੰ ਅਸੀਂ ਨਾਨਕ ਕਾਲ ਕਹਿੰਦੇ ਹਾਂ। ਉਸ ਤੋਂ ਬਾਅਦ 1700 ਈਸਵੀ ਤੋਂ ਲੈ ਕੇ ਤੇ 1800 ਈਸਵੀ ਤੱਕ ਦਾ ਜਿਹੜਾ ਸਮਾਂ ਹੈ ਉਸ ਨੂੰ ਅਸੀਂ ਉੱਤਰ ਨਾਨਕ ਕਾਲ ਦੇ ਨਾਮ ਤੋਂ ਜਾਣਦੇ ਹਾਂ। ਉੱਤਰ ਤੋਂ ਭਾਵ ਇੱਥੇ ਬਾਅਦ ਲੈਣਾ ਹੈ ਇਹਦਾ ਅਰਥ, ਯਾਨੀ ਕਿ ਨਾਨਕ ਕਾਲ ਤੋਂ ਜਿਹੜਾ ਬਾਅਦ ਦਾ ਸਮਾਂ ਹੈ ਇਹ 100 ਸਾਲ ਦਾ, ਇਸ ਨੂੰ ਅਸੀਂ ਇਸ ਕਾਲ ਦੇ ਵਿੱਚ ਜੋ ਸਾਹਿਤ ਰਚਿਆ ਗਿਆ ਉਸ ਨੂੰ ਅਸੀਂ ਉੱਤਰ ਨਾਨਕ ਕਾਲ ਦੇ ਨਾਮ ਤੋਂ ਜਾਣਦੇ ਹਾਂ। ਤੇ ਉਸ ਤੋਂ ਬਾਅਦ 1801 ਤੋਂ ਲੈ ਕੇ 1850 ਈਸਵੀ ਤੱਕ ਦਾ ਜਿਹੜਾ ਸਮਾਂ ਹੈ ਉਸ ਨੂੰ ਅਸੀਂ ਸਿੱਖ ਰਾਜ ਕਾਲ ਦੇ ਨਾਮ ਤੋਂ ਜਾਣਦੇ ਹਾਂ, ਕਿਉਂਕਿ ਇਸ ਕਾਲ ਦੇ ਦੌਰਾਨ ਜਿਹੜਾ ਬਹੁਤਾ ਸਮਾਂ ਹੈ ਇਸ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਤੇ ਉਹ ਸਿੱਖਾਂ ਦਾ ਰਾਜ ਜਿਹੜਾ ਹੈ ਮੰਨਿਆ ਜਾਂਦਾ ਹੈ। ਤੇ ਇਸ ਕਾਲ ਨੂੰ ਨਾਮ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੋਂ ਸਿੱਖ ਰਾਜ ਕਾਲ, ਕਿਉਂਕਿ ਇਸ ਸਮੇਂ ਸਿੱਖ ਰਾਜ ਕਰ ਰਹੇ ਸਨ। ਤਾਂ ਇਸ ਕਾਲ ਨੂੰ ਅਸੀਂ ਸਿੱਖ ਰਾਜ ਕਾਲ ਦੇ ਨਾਮ ਤੋਂ ਜਾਣਦੇ ਹਾਂ। ਇਹ ਵੰਡ ਕੀਤੀ ਜਾਂਦੀ ਹੈ। ਪਹਿਲੀ ਜਿਹੜੀ ਵੰਡ ਹੈ ਮੋਟੇ ਰੂਪ ਤੋਂ ਇਹ ਤਾਂ ਆਦਿ ਕਾਲ, ਮੱਧ ਕਾਲ ਤੇ ਆਧੁਨਿਕ ਕਾਲ ਦੇ ਵਿੱਚ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਅਸੀਂ 4 ਭਾਗਾਂ ਦੇ ਵਿੱਚ ਵੰਡ ਲਿਆ। ਸ਼ੁਰੂਆਤ ਤੋਂ ਲੈ ਕੇ 1500 ਈਸਵੀ ਤੱਕ ਦਾ ਜਿਹੜਾ ਸਮਾਂ ਸੀ ਉਸ ਨੂੰ ਅਸੀਂ ਆਦਿ ਕਾਲ ਕਿਹਾ।
1500 ਤੋਂ ਲੈ ਕੇ ਜਿਹੜਾ 1700 ਤੱਕ ਦਾ 200 ਸਾਲ ਦਾ ਜਿਹੜਾ ਸਮਾਂ ਹੈ ਉਸ ਨੂੰ ਅਸੀਂ ਨਾਨਕ ਕਾਲ ਦੇ ਨਾਮ ਤੋਂ ਜਾਣਦੇ ਹਾਂ, ਤੇ 1700 ਤੋਂ ਲੈ ਕੇ 1800 ਤੱਕ 100 ਸਾਲ ਦਾ ਜਿਹੜਾ ਸਮਾਂ ਹੈ ਉਸ ਨੂੰ ਅਸੀਂ ਉੱਤਰ ਨਾਨਕ ਕਾਲ ਦੇ ਨਾਮ ਤੋਂ ਜਾਣਦੇ ਹਾਂ, ਤੇ 1800 ਤੋਂ ਲੈ ਕੇ 1850 ਤੱਕ ਦਾ ਜਿਹੜਾ ਸਮਾਂ ਹੈ ਉਸ ਨੂੰ ਅਸੀਂ ਸਿੱਖ ਰਾਜ ਕਾਲ ਦੇ ਨਾਮ ਦੇ ਨਾਲ ਜਾਣਦੇ ਹਾਂ। ਉਸ ਤੋਂ ਬਾਅਦ ਅਸੀਂ ਇਹਨਾਂ ਕਾਲਾਂ ਦੀ ਸਭ ਦੀ ਅੱਡ-ਅੱਡ ਵਿਚਾਰ ਕਰਦੇ ਹਾਂ ਕਿ ਇਹਨਾਂ ਦੇ ਵਿੱਚ ਕਿਹੜਾ-ਕਿਹੜਾ ਸਾਹਿਤ ਰਚਿਆ ਗਿਆ। ਤਾਂ ਆਦਿਕਾਲ ਦੀ ਜਦੋਂ ਅਸੀਂ ਗੱਲ ਕਰੀ ਸੀ ਤਾਂ ਆਦਿਕਾਲ ਦਾ ਜਿਹੜਾ ਸਮਾਂ ਹੈ ਅਸੀਂ ਮੁੱਢ ਤੋਂ ਲਾ ਕੇ ਜਿੱਥੋਂ ਪੰਜਾਬੀ ਸਾਹਿਤ ਦਾ ਮੁੱਢ ਵੱਜਦਾ ਹੈ ਉੱਥੋਂ ਤੋਂ ਲਾ ਕੇ ਤੇ 1500 ਤੱਕ ਦਾ ਜਿਹੜਾ ਸਮਾਂ ਅਸੀਂ ਇਸ ਦੇ ਵਿੱਚ ਲਿਆ ਸੀ। ਉਸ ਦੇ ਵਿੱਚ ਨਾਥਾਂ ਜੋਗੀਆਂ ਦੀ ਕਵਿਤਾ ਆ ਜਾਂਦੀ ਹੈ, ਵੀਰ ਕਾਵਿਧਾਰਾ ਜੋ ਸਾਨੂੰ ਲੋਕ ਵਾਰਾਂ ਮਿਲਦੀਆਂ ਹਨ ਉਹ ਆ ਜਾਂਦੀਆਂ ਹਨ ਇਹਨਾਂ ਵਿੱਚ, ਸੂਫੀ ਕਾਵਿਧਾਰਾ ਜੋ ਬਾਬਾ ਸ਼ੇਖ ਫਰੀਦ ਜੀ ਨੇ ਸ਼ਲੋਕ ਲਿਖੇ ਉਹ ਆ ਜਾਂਦੇ ਹਨ, ਤੇ ਇਸ ਤੋਂ ਇਲਾਵਾ ਲੋਕ ਸਾਹਿਤ ਵੀ ਇਸ ਦੇ ਵਿੱਚ ਸਾਨੂੰ ਮਿਲਦਾ ਹੈ। ਇਹ 4 ਪ੍ਰਕਾਰ ਦਾ ਸਾਹਿਤ ਸਾਨੂੰ ਆਦਿਕਾਲ ਦੇ ਵਿੱਚ ਮਿਲਦਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਨਾਨਕ ਕਾਲ ਦੀ, ਜਿਹਦਾ ਅਸੀਂ ਸਮਾਂ ਲਿਆ ਸੀ 1500 ਤੋਂ ਲਾ ਕੇ 1700 ਈਸਵੀ ਤੱਕ ਦਾ। ਇਸ ਦੇ ਵਿੱਚ ਗੁਰਮਤਿ ਕਾਵਿਧਾਰਾ, ਸੂਫੀ ਕਾਵਿਧਾਰਾ, ਕਿੱਸਾ ਕਾਵਿਧਾਰਾ, ਵੀਰ ਕਾਵਿਧਾਰਾ ਤੇ ਸਾਨੂੰ ਵਾਰਤਕ ਸਾਹਿਤ ਵੀ ਮਿਲਦਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਉੱਤਰ ਨਾਨਕ ਕਾਲ ਦੀ। ਉੱਤਰ ਨਾਨਕ ਕਾਲ ਦਾ ਸਮਾਂ ਸੀ ਜਿਹੜਾ ਉਹ 100 ਸਾਲ ਦਾ ਸੀ, 1700 ਤੋਂ ਲਾ ਕੇ 1800 ਈਸਵੀ ਦੇ ਵਿਚਕਾਰ ਦਾ, ਤੇ ਉਹਦੇ ਵਿੱਚ ਕਿੱਸਾ ਕਾਵਿਧਾਰਾ ਹੈ ਜਿਹੜੀ ਉਹ ਜਾਰੀ ਰਹਿੰਦੀ ਹੈ, ਸੂਫੀ ਕਾਵਿਧਾਰਾ ਵੀ ਤੇ ਵੀਰ ਕਾਵਿਧਾਰਾ ਵੀ ਇਸ ਦੇ ਵਿੱਚ ਜਾਰੀ ਰਹਿੰਦੀ ਹੈ, ਤੇ ਉਸ ਤੋਂ ਬਾਅਦ ਵਾਰਤਕ ਸਾਹਿਤ ਵੀ ਇਸ ਕਾਲ ਦੇ ਵਿੱਚ ਸਾਨੂੰ ਲਿਖਿਆ ਹੋਇਆ ਮਿਲਦਾ ਹੈ। ਤੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਸਿੱਖ ਰਾਜ ਕਾਲ ਦੀ, ਜਿਹਦਾ ਸਮਾਂ ਹੈ ਜਿਹੜਾ ਉਹ 50 ਸਾਲ ਦਾ ਹੈ, ਤੇ ਇਸ 50 ਸਾਲ ਦੇ ਦੌਰਾਨ ਕਿੱਸਾ ਕਾਵਿਧਾਰਾ, ਵੀਰ ਕਾਵਿਧਾਰਾ, ਸੂਫੀ ਤੇ ਧਾਰਮਿਕ ਸਾਹਿਤ ਧਾਰਾ ਸਾਨੂੰ ਇਸ ਦੇ ਵਿੱਚ ਮਿਲਦੀ ਹੈ। ਇਸ ਤੋਂ ਇਲਾਵਾ ਵਾਰਤਕ ਸਾਹਿਤ ਵੀ ਇਸ ਕਾਲ ਦੇ ਵਿੱਚ ਸਾਨੂੰ ਲਿਖਿਆ ਹੋਇਆ ਮਿਲਦਾ ਹੈ। ਇਹ ਗੱਲ ਕਰੀਏ ਅਸੀਂ ਮੁੱਢ ਤੋਂ ਲਾ ਕੇ ਤੇ 1850 ਈਸਵੀ ਤੱਕ, ਮੁੱਢ ਤੋਂ 1850 ਤੱਕ। ਇਸ ਤੋਂ ਬਾਅਦ ਦਾ ਜਿਹੜਾ ਸਾਹਿਤ ਦਾ ਇਤਿਹਾਸ ਹੈ ਉਹ ਅਸੀਂ ਪੜ੍ਹਾਂਗੇ 12ਵੀਂ ਜਮਾਤ ਦੇ ਵਿੱਚ। ਇਸ ਤੋਂ ਬਾਅਦ ਦਾ ਅਸੀਂ ਪੜ੍ਹਨਾ ਹੈ 12ਵੀਂ ਜਮਾਤ ਦੇ ਵਿੱਚ। ਅਸੀਂ ਮੁੱਢ ਤੋਂ ਲਾ ਕੇ 1850 ਤੱਕ ਦਾ ਜਿਹੜਾ ਸਾਹਿਤ ਦਾ ਇਤਿਹਾਸ ਹੈ ਉਹ 11ਵੀਂ ਜਮਾਤ ਦੇ ਵਿੱਚ ਪੜ੍ਹਨਾ ਹੈ। ਤਾਂ ਅਸੀਂ ਹੁਣ ਇਹਨਾਂ ਦੀ ਇੱਕ-ਇੱਕ ਕਰਕੇ ਗੱਲ ਕਰਾਂਗੇ ਕਿ ਕਿਹੜਾ-ਕਿਹੜਾ ਸਾਹਿਤ ਕਿਸ ਕਾਲ ਦੇ ਵਿੱਚ ਲਿਖਿਆ ਗਿਆ। ਤਾਂ ਅਸੀਂ ਮੁੱਢ ਤੋਂ ਗੱਲ ਕਰਦੇ ਹਾਂ। ਪੰਜਾਬੀ ਭਾਸ਼ਾ ਹੈ ਜਿਹੜੀ ਉਹ ਦੂਜੀਆਂ ਭਾਰਤੀ ਭਾਸ਼ਾਵਾਂ ਵਾਂਗ 10ਵੀਂ ਜਿਹੜੀ ਸਦੀ ਹੈ ਉਸ ਦੇ ਵਿੱਚ ਆਧੁਨਿਕ ਰੂਪ ਗ੍ਰਹਿਣ ਕਰਦੀ ਹੈ। ਆਧੁਨਿਕ ਸਰੂਪ ਮਤਲਬ ਜਿਹੜੀ ਅਸੀਂ ਭਾਸ਼ਾ ਨੂੰ ਹੁਣ ਦੀ ਪੰਜਾਬੀ ਕਹਿੰਦੇ ਹਾਂ ਉਹ ਸਰੂਪ ਹੈ ਜਿਹੜਾ ਉਹ 10ਵੀਂ ਸਦੀ ਦੇ ਵਿੱਚ ਗ੍ਰਹਿਣ ਕਰਦੀ ਹੈ। ਇਸ ਤੋਂ ਪਹਿਲਾਂ ਦੀ ਜਿਹੜੀ ਪੰਜਾਬੀ ਹੈ ਉਹ ਅਪਭ੍ਰੰਸ਼ ਹੈ, ਭਾਵ ਉਸ ਦੇ ਵਿੱਚ ਰਲਾ ਹੈ ਉਹ ਮਿਲੀ ਹੋਈ ਹੈ, ਉਹ ਜਿਹੜੀ ਅਸੀਂ ਉਸ ਨੂੰ ਸ਼ੁੱਧ ਪੰਜਾਬੀ ਅਸੀਂ ਨਹੀਂ ਕਹਿ ਸਕਦੇ। ਤਾਂ ਜਿਹੜਾ ਆਧੁਨਿਕ ਰੂਪ ਹੈ ਉਹ 10ਵੀਂ ਸਦੀ ਈਸਵੀ ਦੇ ਵਿੱਚ ਗ੍ਰਹਿਣ ਕਰਦੀ ਹੈ। ਨਾਥ ਜੋਗੀਆਂ ਦੀ ਜਿਹੜੀ ਭਾਸ਼ਾ ਹੈ ਉਹ ਅਪਭ੍ਰੰਸ਼ ਪ੍ਰਧਾਨ ਹੈ, ਭਾਵ ਉਹ ਸ਼ੁੱਧ ਰੂਪ ਦੇ ਵਿੱਚ ਪੰਜਾਬੀ ਨਹੀਂ ਹੈ। ਆਧੁਨਿਕ ਪੰਜਾਬੀ ਜਿਸ ਨੂੰ ਅਸੀਂ ਕਹਿੰਦੇ ਹਾਂ ਉਹ ਪੰਜਾਬੀ ਨਹੀਂ ਹੈ। 12ਵੀਂ ਸਦੀ ਦੇ ਵਿੱਚ ਬਾਬਾ ਫਰੀਦ ਜੀ ਨੇ ਜਿਹੜੇ ਸ਼ਲੋਕ ਲਿਖੇ ਹਨ ਉਹਨਾਂ ਤੋਂ ਆਧੁਨਿਕ ਭਾਸ਼ਾ ਦੀ ਸ਼ੁਰੂਆਤ ਹੈ ਜਿਹੜੀ ਉਸ ਨੂੰ ਮੰਨਿਆ ਜਾਂਦਾ ਹੈ। ਤੇ ਆਦਿਕਾਲੀਨ ਪੰਜਾਬੀ ਸਾਹਿਤ ਵਿੱਚ ਉਪਜੀਆਂ ਸਾਹਿਤ ਧਾਰਾਵਾਂ ਵਿੱਚੋਂ ਨਾਥ ਜੋਗੀ ਕਾਵਿਧਾਰਾ, ਸੂਫੀ ਕਾਵਿਧਾਰਾ ਤੇ ਵਾਰ ਕਾਵਿਧਾਰਾ ਤੇ ਲੋਕ ਸਾਹਿਤ ਪੰਜਾਬੀ ਸਾਹਿਤ ਦੇ ਮੁੱਢਲੇ ਰੂਪ ਨੂੰ ਸਥਾਪਿਤ ਕਰਦੀਆਂ ਹਨ। ਯਾਨੀ ਕਿ ਮੁੱਢ ਦੇ ਵਿੱਚ ਸਾਡੇ ਕੋਲੇ ਨਾਥ ਜੋਗੀਆਂ ਦੀ ਕਵਿਤਾ ਆ ਜਾਂਦੀ ਹੈ, ਤੇ ਉਸ ਤੋਂ ਬਾਅਦ ਸਾਡੇ ਕੋਲ ਸੂਫੀ ਕਾਵਿਧਾਰਾ ਜਿਹੜੀ ਸਾਨੂੰ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੇ ਰੂਪ ਦੇ ਵਿੱਚ ਮਿਲਦੀ ਹੈ, ਤੇ ਇਸ ਤੋਂ ਇਲਾਵਾ ਵੀਰ ਕਾਵਿਧਾਰਾ ਜੋ ਸਾਨੂੰ ਲੋਕ ਵਾਰਾਂ ਮਿਲਦੀਆਂ ਹਨ, ਤੇ ਉਸ ਤੋਂ ਛੁੱਟ ਸਾਨੂੰ ਜਿਹੜਾ ਲੋਕ ਸਾਹਿਤ ਹੈ ਉਹ ਪੰਜਾਬੀ ਸਾਹਿਤ ਦੇ ਮੁੱਢ ਦੇ ਵਿੱਚ ਮਿਲਦਾ ਹੈ। ਤੇ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੈ ਉਹ ਨਾਥਾਂ ਜੋਗੀਆਂ ਦੀ ਕਵਿਤਾ ਤੋਂ ਮੰਨੀ ਜਾਂਦੀ ਹੈ। ਤਾਂ ਅਸੀਂ ਨਾਥਾਂ ਜੋਗੀਆਂ ਦੀ ਕਵਿਤਾ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਸ ਦੇ ਬਾਰੇ ਵੀ 2 ਵਿਚਾਰ ਹਨ। ਪਹਿਲਾਂ ਜਿਹੜੇ ਸਾਹਿਤ ਦੇ ਇਤਿਹਾਸ ਲਿਖੇ ਗਏ ਉਹਨਾਂ ਦੇ ਵਿੱਚ ਨਾਥ ਜੋਗੀਆਂ ਦੀ ਕਵਿਤਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਇਸ ਨੂੰ ਪਹਿਲੀ ਵਾਰ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਸ਼ਾਮਿਲ ਕਰਵਾਇਆ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ। ਉਹਨਾਂ ਨੇ ਇਹ ਵਿਚਾਰ ਦਿੱਤਾ ਕਿ ਜਿਹੜੀ ਨਾਥਾਂ ਜੋਗੀਆਂ ਦੀ ਕਵਿਤਾ ਹੈ ਉਹ ਪੰਜਾਬੀ ਸਾਹਿਤ ਦਾ ਹੀ ਅੰਗ ਹੈ, ਤੇ ਪੰਜਾਬੀ ਸਾਹਿਤ ਦੀ ਜਿਹੜੀ ਸ਼ੁਰੂਆਤ ਹੈ ਉਹ ਨਾਥਾਂ ਜੋਗੀਆਂ ਦੀ ਕਵਿਤਾ ਤੋਂ ਮੰਨੀ ਜਾਵੇ। ਸ਼ੁਰੂ ਦੇ ਵਿੱਚ ਉਹਨਾਂ ਨੇ ਇਹ ਵਿਚਾਰ ਦਿੱਤਾ, ਤੇ ਉਸ ਤੋਂ ਬਾਅਦ ਜਿੰਨੇ ਵੀ ਇਤਿਹਾਸਕਾਰਾਂ ਨੇ ਪੰਜਾਬੀ ਦੇ ਸਾਹਿਤ ਲਿਖੇ ਹਨ ਉਹਨਾਂ ਦੀ ਸ਼ੁਰੂਆਤ ਉਹ ਨਾਥਾਂ ਜੋਗੀਆਂ ਦੀ ਕਵਿਤਾ ਤੋਂ ਹੀ ਮੰਨਦੇ ਹਨ,
ਕਿਉਂਕਿ ਹਰੇਕ ਗੱਲ ਦਾ ਇੱਕ ਦੂਜਾ ਪੱਖ ਵੀ ਹੁੰਦਾ ਹੈ। ਤਾਂ ਕੁਝ ਵਿਚਾਰਕ, ਕੁਝ ਸਾਹਿਤਕਾਰ ਇਹੋ ਜਿਹੇ ਹਨ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਵਾਲੇ, ਜਿਹੜੇ ਇਹ ਮੰਨਦੇ ਹਨ ਕਿ ਪੰਜਾਬੀ ਸਾਹਿਤ ਦੇ ਜਿਹੜੇ ਇਤਿਹਾਸ ਦੀ ਸ਼ੁਰੂਆਤ ਹੈ ਉਹ ਸ਼ੇਖ ਫਰੀਦ ਜੀ ਤੋਂ ਹੀ ਹੁੰਦੀ ਹੈ। ਨਾਥਾਂ ਜੋਗੀਆਂ ਦੀ ਕਵਿਤਾ ਹੈ ਜਿਹੜੀ, ਉਸ ਦੀ ਭਾਸ਼ਾ ਹੈ ਜਿਹੜੀ ਉਹ ਪੰਜਾਬੀ ਨਹੀਂ ਹੈ। ਉਹਨਾਂ ਦਾ ਮੰਨਣਾ ਹੈ ਕਿ ਨਾਥਾਂ ਜੋਗੀਆਂ ਦੀ ਕਵਿਤਾ ਨੂੰ ਪੰਜਾਬੀ ਸਾਹਿਤ ਦੇ ਨਾਲ ਜੋੜਿਆ ਨਹੀਂ ਜਾ ਸਕਦਾ। ਪਰ ਇਹ ਗੱਲ ਹੁਣ ਪ੍ਰਮਾਣਿਕ ਹੋ ਚੁੱਕੀ ਹੈ ਕਿ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹ ਪੰਜਾਬੀ ਹੈ, ਪਰ ਉਹ ਸ਼ੁੱਧ ਪੰਜਾਬੀ ਨਹੀਂ ਹੈ, ਉਹ ਅਪਭ੍ਰੰਸ਼ ਹੈ। ਉਹਦਾ ਜਿਹੜਾ ਰੂਪ ਹੈ ਉਹ ਵਿਗੜਿਆ ਹੋਇਆ ਹੈ, ਉਸ ਨੂੰ ਅਸੀਂ ਸ਼ੁੱਧ ਪੰਜਾਬੀ ਨਹੀਂ ਕਹਿ ਸਕਦੇ। ਪੰਜਾਬੀ ਦਾ ਜਿਹੜਾ ਪ੍ਰਮਾਣਿਕ ਸਾਹਿਤ ਹੈ, ਪ੍ਰਮਾਣਿਕ ਰੂਪ ਤੋਂ ਅਗਰ ਪੰਜਾਬੀ ਸਾਹਿਤ ਦੀ ਸ਼ੁਰੂਆਤ ਅਸੀਂ ਕਹੀਏ ਤਾਂ ਉਹ ਸ਼ੇਖ ਫਰੀਦ ਜੀ ਤੋਂ ਹੀ ਹੁੰਦੀ ਹੈ। ਪਰ ਜਿਹੜੀ ਨਾਥਾਂ ਜੋਗੀਆਂ ਦੀ ਜਿਹੜੀ ਭਾਸ਼ਾ ਹੈ ਉਹ ਅਪਭ੍ਰੰਸ਼ ਪ੍ਰਧਾਨ ਪੰਜਾਬੀ ਹੈ। ਤਾਂ ਹੁਣ ਪੰਜਾਬੀ ਸਾਹਿਤ ਦੇ ਵਿੱਚ ਨਾਥਾਂ ਜੋਗੀਆਂ ਦੀ ਕਵਿਤਾ ਨੂੰ ਥਾਂ ਦਿੱਤਾ ਜਾਣ ਲੱਗ ਪਿਆ ਹੈ। ਇਸ ਦਾ ਕਾਰਨ ਇੱਕ ਇਹ ਵੀ ਹੈ ਕਿ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਹਨ ਉਹਨਾਂ ਦੇ ਪ੍ਰਮਾਣਿਕ ਨਮੂਨੇ ਨਾ ਮਿਲਣ ਕਾਰਨ ਕੁਝ ਵਿਦਵਾਨ ਇਹ ਵਿਚਾਰ ਉਠਾਉਂਦੇ ਹਨ ਕਿ ਉਹ ਸ਼ੁੱਧ ਪੰਜਾਬੀ ਰੂਪ ਦੇ ਵਿੱਚ ਨਹੀਂ ਹਨ, ਜਦੋਂ ਕਿ ਸ਼ੇਖ ਫਰੀਦ ਜੀ ਦੀ ਜਿਹੜੀ ਰਚਨਾ ਹੈ ਉਹ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਮਾਣਿਕ ਰੂਪ ਦੇ ਵਿੱਚ ਮਿਲਦੀ ਹੈ। ਤਾਂ ਇਹ ਇੱਕ ਕਾਰਨ ਹੋ ਸਕਦਾ ਹੈ, ਪਰ ਇਹ ਹੁਣ ਮੰਨ ਲਿਆ ਗਿਆ ਹੈ, ਇਹ ਸ਼ਾਮਿਲ ਕਰ ਲਿਆ ਗਿਆ ਹੈ ਕਿ ਨਾਥ ਜੋਗੀਆਂ ਦੀ ਕਵਿਤਾ ਹੈ ਜਿਹੜੀ ਉਹ ਅਪਭ੍ਰੰਸ਼ ਪ੍ਰਧਾਨ ਪੰਜਾਬੀ ਭਾਸ਼ਾ ਦੇ ਵਿੱਚ ਹੀ ਹੈ। ਜੋਗ ਮਤ ਦੇ ਆਰੰਭ ਸੰਬੰਧੀ ਵਿਦਵਾਨਾਂ ਵਿੱਚ ਅਜੇ ਵੀ ਮਤਭੇਦ ਹਨ। ਜੋਗ ਦਾ ਅਰਥ ਹੈ ਜੁੜਨਾ। ਇਹਨਾਂ ਨਾਥਾਂ ਜੋਗੀਆਂ ਦੀ ਜਿਹੜੀ ਕਵਿਤਾ ਹੈ ਉਸ ਦੇ ਵਿੱਚ ਜਿਹੜਾ ਪ੍ਰਧਾਨ ਵਿਚਾਰ ਹੈ ਉਹ ਜੋਗ ਦਾ ਹੈ, ਤੇ ਜੋਗ ਦਾ ਅਰਥ ਹੈ ਜੁੜਨਾ। ਉਹ ਜੁੜਨਾ ਕਾਹਦਾ ਹੈ? ਆਤਮਾ ਦਾ ਪਰਮਾਤਮਾ ਦੇ ਨਾਲ ਜਿਹੜਾ ਜੁੜਾਵ ਹੈ ਉਹ ਯੋਗ ਹੈ। ਜਿਹੜੇ ਇਤਿਹਾਸਕਾਰ ਇਹ ਨਹੀਂ ਮੰਨਦੇ ਕਿ ਇਹ ਜਿਹੜੇ ਨਾਥ ਜੋਗੀ ਹਨ ਇਹਨਾਂ ਦੀ ਜਿਹੜੀ ਭਾਸ਼ਾ ਹੈ ਪੰਜਾਬੀ ਨਹੀਂ ਹੈ, ਉਹਨਾਂ ਦੇ ਲਈ ਇਹ ਵਿਚਾਰ ਦਿੱਤਾ ਜਾਂਦਾ ਹੈ ਕਿ ਇਹ ਜਿਹੜੇ ਨਾਥ ਜੋਗੀ ਹਨ ਇਹ ਪੰਜਾਬ ਦੇ ਵਿੱਚ ਹੀ ਘੁੰਮਦੇ ਰਹੇ ਹਨ ਅਤੇ ਇਹਨਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ, ਥੇਹਾਂ ਅਤੇ ਮੱਠ ਪੰਜਾਬ ਦੇ ਵਿੱਚ ਹਨ। ਜਿਵੇਂ ਗੋਰਖਨਾਥ ਦਾ ਜਨਮ ਹੈ ਜਿਹੜਾ ਉਹ ਗੋਰਖਪੁਰ, ਤਹਿਸੀਲ ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਮੰਨਿਆ ਜਾਂਦਾ ਹੈ। ਜਿਹੜਾ ਪੱਛਮੀ ਪੰਜਾਬ ਹੈ, ਜਿਹੜਾ ਪੰਜਾਬ ਪਾਕਿਸਤਾਨ ਦੇ ਵਿੱਚ ਹੈ, ਉੱਥੇ ਉਹਨਾਂ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਗੋਰਖ ਦਾ ਟਿੱਲਾ ਜੇਹਲਮ ਵਿੱਚ ਹੈ, ਇਹ ਵੀ ਪੱਛਮੀ ਪੰਜਾਬ ਭਾਵ ਪਾਕਿਸਤਾਨ ਦੇ ਵਿੱਚ ਹੈ। ਪੇਸ਼ਾਵਰ ਵਿੱਚ ਗੋਰਖ ਹਟੜੀ ਅਤੇ ਸਿਆਲਕੋਟ ਵਿੱਚ ਪੂਰਨ ਦਾ ਖੂਹ ਮਿਲਦਾ ਹੈ। ਰਤਨਨਾਥ ਜਿਹੜਾ ਗੋਰਖ ਦਾ ਚੇਲਾ ਸੀ ਉਸ ਦੀ ਥਾਂ ਪੇਸ਼ਾਵਰ ਵਿੱਚ ਮਿਲਦੀ ਹੈ। ਜੇ ਇਹ ਪੰਜਾਬ ਦੇ ਵਿੱਚ ਰਹਿੰਦੇ ਸਨ, ਇਹਨਾਂ ਦੀਆਂ ਨਿਸ਼ਾਨੀਆਂ ਉੱਥੇ ਮਿਲਦੀਆਂ ਹਨ, ਤਾਂ ਇਹਨਾਂ ਦੀ ਭਾਸ਼ਾ ਵੀ ਪੰਜਾਬੀ ਹੋਏਗੀ। ਚੌਰੰਗੀਨਾਥ ਦੀ ਧੂਣੀ ਹਬੋਰ ਵਿੱਚ ਹੈ ਅਤੇ ਚਰਪਟਨਾਥ ਨੂੰ ਚੰਬੇ ਰਿਆਸਤ ਦਾ ਰਾਜਗੁਰੂ ਮੰਨਿਆ ਜਾਂਦਾ ਹੈ। ਜੇ ਇਹਨਾਂ ਦੀਆਂ ਥਾਵਾਂ ਉੱਥੇ ਹਨ, ਉੱਥੇ ਉਹਦਾ ਇਹਨਾਂ ਨੂੰ ਰਾਜਗੁਰੂ ਮੰਨਿਆ ਗਿਆ ਹੈ, ਤਾਂ ਇਹਨਾਂ ਦੀ ਭਾਸ਼ਾ ਵੀ ਪੰਜਾਬੀ ਹੋਊਗੀ। ਇਸ ਲਈ ਇਹਨਾਂ ਨੇ ਜਿਹੜੀ ਕਾਵਿ ਰਚਨਾ ਕੀਤੀ ਹੈ ਉਹ ਪੰਜਾਬੀ ਦੇ ਵਿੱਚ ਹੀ ਹੈ। ਇਹ ਹੋ ਸਕਦਾ ਹੈ ਕਿ ਹਾਂ ਉਸ ਦੇ ਵਿੱਚ ਅਪਭ੍ਰੰਸ਼ ਪ੍ਰਧਾਨ ਹੈ। ਅਤੇ ਉਹਨਾਂ ਦਾ ਰਚਿਤ ਸਾਹਿਤ ਉਸ ਵੇਲੇ ਦੀ ਸਾਹਿਤਕ ਬੋਲੀ ਜਾਂ ਲੋਕ ਬੋਲੀ ਵਿੱਚ ਹੈ, ਜਿਸ ਉੱਤੇ ਸੰਤ ਭਾਖਾ ਦਾ ਅਸਰ ਜ਼ਰੂਰ ਹੈ। ਸੰਤ ਭਾਖਾ ਜਿਹੜੀ ਪੰਜਾਬੀ ਭਾਸ਼ਾ ਦੇ ਉੱਤੇ ਅਸਰ ਪਾਉਂਦੀ ਹੈ, ਉਸ ਦਾ ਅਸਰ ਹੈ ਉਸ ਦੇ ਉੱਤੇ, ਪਰ ਉਹ ਹੈ ਪੰਜਾਬੀ ਹੀ। ਉਸ ਸਮੇਂ ਅਪਭ੍ਰੰਸ਼ ਅਤੇ ਅਜੋਕੀਆਂ ਬੋਲੀਆਂ ਦਾ ਫਰਕ ਜਾਂ ਵਖਰੇਵੇਂ ਇੰਨੇ ਘੱਟ ਸਨ ਕਿਉਂਕਿ ਉਹ ਅਪਭ੍ਰੰਸ਼ ਕਾਲ ਦੇ ਵਿੱਚੋਂ ਲੰਘ ਰਹੀਆਂ ਸਨ। ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਖਰੇਵੇਂ ਫਰਕ ਨਹੀਂ ਆਏ ਸਨ ਅਤੇ ਇਹਨਾਂ ਨੂੰ ਹਿੰਦੀ ਅਤੇ ਪੰਜਾਬੀ ਦੇ ਵਿਦਵਾਨ ਦੋਵੇਂ ਆਪਣਾ ਮੂਲ ਸੋਮਾ ਮੰਨਦੇ ਹਨ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਜੋ ਹਿੰਦੀ ਦੇ ਸਾਹਿਤ ਦੇ ਇਤਿਹਾਸਕਾਰ ਹਨ ਉਹ ਜਿਹੜਾ ਨਾਥ ਜੋਗੀਆਂ ਦੀ ਕਵਿਤਾ ਨੂੰ ਉਹ ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਵੀ ਸ਼ਾਮਿਲ ਕਰਦੇ ਹਨ ਅਤੇ ਪੰਜਾਬੀ ਵਾਲੇ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਸ਼ਾਮਿਲ ਕਰਦੇ ਹਨ। ਹੁਣ ਅਸੀਂ ਇਹਨਾਂ ਨਾਥਾਂ ਦੇ ਬਾਰੇ ਇਕੱਲੇ ਇਹਨਾਂ ਨੇ ਕਿਹੜੀ ਰਚਨਾ ਕੀਤੀ ਉਹਨਾਂ ਦੇ ਬਾਰੇ ਅਸੀਂ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮਛੰਦਰ ਨਾਥ ਦੀ, ਅਤੇ ਮਛੰਦਰ ਨਾਥ ਨੂੰ ਆਦਿ ਨਾਥ ਮੰਨਿਆ ਜਾਂਦਾ ਹੈ। ਉਹ ਜਲੰਧਰ ਨਾਥ ਦਾ ਗੁਰਭਾਈ ਸੀ। ਗੁਰਭਾਈ ਹੋਣ ਤੋਂ ਮਤਲਬ ਹੈ ਇੱਕੋ ਹੀ ਗੁਰੂ ਤੋਂ ਇਹਨਾਂ ਨੇ ਸਿੱਖਿਆ ਲਈ ਸੀਗੀ। ਇਹਨਾਂ ਦੇ ਜੀਵਨ ਸੰਬੰਧੀ ਕੋਈ ਨਿਸ਼ਚਿਤ ਵੇਰਵਾ ਪ੍ਰਾਪਤ ਨਹੀਂ ਹੈ ਸਾਨੂੰ, ਪਰ ਵਿਦਵਾਨ ਉਸ ਦਾ ਜਨਮ 9ਵੀਂ ਸਦੀ ਤੋਂ ਪਹਿਲਾਂ ਹੋਇਆ ਮੰਨਦੇ ਹਨ। ਉਸ ਦੀ ਬਹੁਤੀ ਰਚਨਾ ਸੰਸਕ੍ਰਿਤ ਵਿੱਚ ਹੈ ਅਤੇ ਕੁਝ ਪਦਿਆਂ ਵਿੱਚ ਅਪਭ੍ਰੰਸ਼, ਰਾਜਸਥਾਨੀ ਅਤੇ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਵੀ ਮਿਲਦੀ ਹੈ। ਤਾਂ ਮਛੰਦਰ ਨਾਥ ਦੇ ਬਾਰੇ ਅਸੀਂ ਜਿਹੜੀਆਂ ਗੱਲਾਂ ਯਾਦ ਰੱਖਣੀਆਂ ਹਨ ਉਹ ਇਹ ਯਾਦ ਰੱਖਣੀਆਂ ਹਨ ਕਿ ਮਛੰਦਰ ਨਾਥ ਨੂੰ ਇੱਕ ਤਾਂ ਆਦਿ ਨਾਥ ਮੰਨਿਆ ਜਾਂਦਾ ਹੈ, ਭਾਵ ਇਸ ਤੋਂ ਹੀ ਨਾਥ ਪੰਥ ਦੀ ਸ਼ੁਰੂਆਤ ਮੰਨੀ ਜਾਂਦੀ ਹੈ, ਅਤੇ ਦੂਜਾ ਇਹ ਜਲੰਧਰ ਨਾਥ ਦਾ ਗੁਰਭਾਈ ਸੀ।
ਭਾਵ ਜਲੰਧਰ ਨਾਥ ਤੇ ਮਛੰਦਰ ਨਾਥ ਇੱਕੋ ਹੀ ਗੁਰੂ ਦੇ ਚੇਲੇ ਸਨ ਤੇ ਇਹ ਮਛੰਦਰ ਨਾਥ ਗੋਰਖਨਾਥ ਦਾ ਗੁਰੂ ਸੀ। ਭਾਵ ਜਿਹੜਾ ਗੋਰਖਨਾਥ ਹੈ ਉਹ ਮਛੰਦਰ ਨਾਥ ਦਾ ਚੇਲਾ ਸੀ। ਇਸ ਦੇ ਜਿਹੜੇ ਜਨਮ ਸੰਬੰਧੀ ਕੋਈ ਨਿਸ਼ਚਿਤ ਵੇਰਵੇ ਪ੍ਰਾਪਤ ਨਹੀਂ ਹਨ ਤੇ ਦੂਜਾ ਇਸ ਦੀ ਭਾਸ਼ਾ ਹੈ ਜਿਹੜੀ ਉਹ ਅਪਭ੍ਰੰਸ਼, ਰਾਜਸਥਾਨੀ ਤੇ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਸਾਨੂੰ ਉਸ ਦੇ ਵਿੱਚ ਮਿਲਦੀ ਹੈ। ਇਹ ਜਾਣਕਾਰੀ ਹੈ ਮਛੰਦਰ ਨਾਥ ਦੇ ਬਾਰੇ। ਤੇ ਹੁਣ ਅਸੀਂ ਜਲੰਧਰ ਨਾਥ ਦੀ ਜਾਣਕਾਰੀ ਲੈਂਦੇ ਹਾਂ। ਹੁਣੇ ਅਸੀਂ ਇਹ ਗੱਲ ਕਹਿ ਕੇ ਹਟੇ ਸੀ ਕਿ ਜਲੰਧਰ ਨਾਥ ਤੇ ਮਛੰਦਰ ਨਾਥ ਹੈ ਜਿਹੜੇ ਸਮਕਾਲੀ ਯਾਨੀ ਕਿ ਇੱਕੋ ਹੀ ਕਾਲ ਦੇ ਸਨ ਤੇ ਗੁਰਭਾਈ ਇਹਨਾਂ ਨੂੰ ਲਿਖਿਆ ਹੈ। ਗੁਰਭਾਈ ਦਾ ਮਤਲਬ ਇਹਨਾਂ ਨੇ ਜਿਹੜੀ ਆਪਣੀ ਸਿੱਖਿਆ ਪ੍ਰਾਪਤ ਕੀਤੀ, ਇਹਨਾਂ ਦਾ ਗੁਰੂ ਇੱਕੋ ਹੀ ਸੀ। ਪੰਜਾਬ ਦੇ ਜਲੰਧਰ ਸ਼ਹਿਰ ਦਾ ਨਾਂ ਵੀ ਇਸ ਨਾਮ ਤੋਂ ਪਿਆ ਮੰਨਿਆ ਜਾਂਦਾ ਹੈ। ਇਸ ਨੂੰ ਯਾਦ ਰੱਖਣ ਦੇ ਵਿੱਚ ਕੋਈ ਔਖਿਆਈ ਨਹੀਂ ਹੈ ਕਿਉਂਕਿ ਨਾਮ ਹੀ ਉਹਨਾਂ ਦਾ ਜਲੰਧਰ ਹੈ ਤੇ ਉਸ ਸ਼ਹਿਰ ਦਾ ਨਾਮ ਵੀ ਜਲੰਧਰ ਨਾਥ ਦੇ ਨਾਮ ਤੋਂ ਪਿਆ ਹੋਇਆ ਦੱਸਿਆ ਜਾਂਦਾ ਹੈ। ਇਹਨਾਂ ਦਾ ਜਨਮ ਹੈ ਜਿਹੜਾ ਬ੍ਰਾਹਮਣ ਘਰ ਦੇ ਵਿੱਚ ਹੋਇਆ ਮੰਨਿਆ ਜਾਂਦਾ ਹੈ ਤੇ ਮਗਰੋਂ ਨਾਥ ਬਣ ਗਏ। ਉਸ ਦੀ ਕਵਿਤਾ ਦੇ ਵਿੱਚ ਪੰਜਾਬੀਅਤ ਝਲਕਦੀ ਹੋਣ ਕਾਰਨ ਉਸ ਨੂੰ ਪੰਜਾਬੀ ਹੀ ਮੰਨਿਆ ਜਾਂਦਾ ਹੈ। ਭਾਵ ਜਲੰਧਰ ਨਾਥ ਦੀ ਜਿਹੜੀ ਰਚਨਾ ਹੈ ਉਸ ਦੇ ਵਿੱਚ ਪੰਜਾਬੀ ਦੀ ਸਾਨੂੰ ਸਾਫ਼ ਝਲਕ ਮਿਲਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਗੋਰਖਨਾਥ ਦੀ ਤੇ ਜੋਗੀ ਨਾਥਾਂ ਦੇ ਵਿੱਚੋਂ ਗੋਰਖਨਾਥ ਸਭ ਤੋਂ ਪ੍ਰਸਿੱਧ ਹੋਇਆ ਹੈ। ਸਭ ਤੋਂ ਵੱਧ ਪ੍ਰਸਿੱਧੀ ਜਿਹੜੀ ਹੈ ਉਹ ਗੋਰਖਨਾਥ ਨੂੰ ਮਿਲੀ ਹੈ ਤੇ ਆਪ ਸਭ ਵਿਦਿਆਰਥੀਆਂ ਨੇ ਵੀ ਗੋਰਖਨਾਥ ਦਾ ਨਾਮ ਕਿਤੇ ਨਾ ਕਿਤੇ ਜ਼ਰੂਰ ਸੁਣਿਆ ਹੋਣਾ ਹੈ। ਇਹ ਇਹਨਾਂ ਦੀ ਪ੍ਰਸਿੱਧੀ ਦੇ ਕਾਰਨ ਹੀ ਹੈ। ਗੁਰੂ ਨਾਨਕ ਬਾਣੀ ਵਿੱਚ ਵੀ ਗੋਰਖ ਨੂੰ ਗੁਰੂ ਗੋਰਖ ਵਜੋਂ ਚਿਤਰਿਆ ਗਿਆ ਹੈ। ਭਾਵ ਗੁਰੂ ਨਾਨਕ ਬਾਣੀ ਦੇ ਵਿੱਚ ਵੀ ਗੋਰਖਨਾਥ ਦਾ ਜਿਹੜਾ ਹਵਾਲਾ ਹੈ ਸਾਨੂੰ ਉਹ ਮਿਲਦਾ ਹੈ। ਗੋਰਖਨਾਥ ਦੇ ਜਨਮ ਸੰਬੰਧੀ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਉਹ ਵਿਚਾਰ ਕਿਹੜੇ-ਕਿਹੜੇ ਹਨ? ਪਹਿਲਾ ਵਿਚਾਰ ਹੈ ਰਾਹੁਲ ਸ਼ੰਕਰਤਾਇਨ ਦਾ। ਉਹ ਕਹਿੰਦੇ ਆ ਵੀ 809 ਈਸਵੀ ਤੋਂ ਲੈ ਕੇ ਤੇ 949 ਈਸਵੀ ਤੱਕ ਦੇ ਵਿਚਕਾਰ ਦਾ ਸਮਾਂ ਇਹਨਾਂ ਦਾ। ਇਹ ਵਿਚਾਰ ਹਨ ਰਾਹੁਲ ਸ਼ੰਕਰਤਾਇਨ ਦੇ। ਜਦੋਂ ਕਿ ਡਾਕਟਰ ਮੋਹਨ ਸਿੰਘ ਦੀਵਾਨਾ ਕੀ ਕਹਿੰਦੇ ਹਨ? ਉਹਨਾਂ ਦਾ ਜਨਮ ਮੰਨਦੇ ਹਨ 940 ਈਸਵੀ ਤੋਂ 1040 ਈਸਵੀ ਦੇ ਦਰਮਿਆਨ। ਇਹ ਦੋਨਾਂ ਵਿਚਾਰਕਾਂ ਦੇ ਅੱਡ-ਅੱਡ ਤੱਥ ਹਨ। ਰਾਹੁਲ ਸ਼ੰਕਰਤਾਇਨ 809 ਤੋਂ 949 ਈਸਵੀ ਦੇ ਵਿੱਚ ਮੰਨਦੇ ਹਨ, ਜਦੋਂ ਕਿ ਡਾਕਟਰ ਮੋਹਨ ਸਿੰਘ ਦੀਵਾਨਾ ਹੈ ਜਿਹੜੇ ਉਹ 940 ਤੋਂ 1040 ਦੇ ਦਰਮਿਆਨ ਮੰਨਦੇ ਹਨ। ਇਹ ਗੱਲਾਂ ਅਸੀਂ ਯਾਦ ਰੱਖਣੀਆਂ ਹਨ। ਗੋਰਖਨਾਥ ਮਛੰਦਰ ਨਾਥ ਦਾ ਚੇਲਾ ਸੀ। ਇਹ ਗੱਲ ਅਸੀਂ ਪਹਿਲਾਂ ਵੀ ਕਰ ਆਏ ਹਾਂ। ਜਦੋਂ ਅਸੀਂ ਮਛੰਦਰ ਨਾਥ ਨੂੰ ਪੜ੍ਹਿਆ ਸੀਗਾ ਉੱਥੇ ਵੀ ਇਹ ਗੱਲ ਕੀਤੀ ਸੀ। ਇਹਨਾਂ ਦੀ ਜਾਤ ਦੇ ਸੰਬੰਧੀ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਕੋਈ ਕੁਝ ਕਹਿੰਦਾ ਹੈ, ਕੋਈ ਜੁਲਾਹਾ ਕਹਿੰਦਾ ਹੈ, ਕੋਈ ਬ੍ਰਾਹਮਣ, ਕੋਈ ਤੇਲੀ ਕਹਿੰਦਾ ਹੈ। ਪਰ ਉਹਨਾਂ ਦੀ ਆਪ ਦੀ ਰਚਨਾ ਦੇ ਵਿੱਚੋਂ ਜਿਹੜੇ ਸਾਨੂੰ ਵੇਰਵੇ ਮਿਲਦੇ ਹਨ, ਸੋਨਾ ਲਿਉ ਰਸ ਸੋਨਾ ਲਿਉ ਮੇਰੀ ਜਾਤ ਸੁਨਾਰੀ ਰੇ, ਭਾਵ ਆਪਣੇ ਆਪ ਨੂੰ ਉਹ ਸੁਨਾਰਾ ਕਹਿੰਦੇ ਹਨ। ਤਾਂ ਉਹਨਾਂ ਦਾ ਜਿਹੜਾ ਆਪਣਾ ਦਿੱਤਾ ਹੋਇਆ ਹਵਾਲਾ ਹੈ ਉਹ ਆਪਣੀ ਜਾਤ ਸੁਨਾਰ ਹੋਣ ਦਾ ਬਾਰੇ ਦੱਸਦੇ ਹਨ ਤੇ ਜਿਹੜੇ ਵੱਖ-ਵੱਖ ਵਿਦਵਾਨ ਹਨ ਉਹ ਵੱਖ-ਵੱਖ ਉਹਨਾਂ ਦੀ ਜਾਤ ਹੋਣ ਦੇ ਬਾਰੇ ਦੱਸਦੇ ਹਨ। ਉਹਨਾਂ ਦੀ ਰਚਨਾ ਹੈ ਜਿਹੜੀ ਉਹ ਵੰਨ ਸੁਵੰਨੀ ਹੈ। ਵੰਨ ਸੁਵੰਨੀ ਦਾ ਮਤਲਬ ਹੈ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਹਾਂ ਡਿਫਰੈਂਟ ਟਾਈਪਸ, ਭਾਵ ਵੱਖ-ਵੱਖ ਤਰ੍ਹਾਂ ਦੀ ਹੈ। ਵੱਖ-ਵੱਖ ਤਰ੍ਹਾਂ ਦੀ ਜੋ ਸਾਨੂੰ ਅੱਗੇ ਇਸ ਦੇ ਬਾਰੇ ਮਿਲੂਗਾ ਜਾਣਕਾਰੀ। ਉਹਨਾਂ ਦੀ ਰਚਨਾ ਸ਼ਲੋਕਾਂ ਦੇ ਵਿੱਚ ਹੈ, ਦੋਹਿਆਂ ਦੇ ਵਿੱਚ ਹੈ ਤੇ ਪਦਾ ਜਿਸ ਨੂੰ ਸ਼ਬਦ ਵੀ ਕਹਿ ਲਿਆ ਜਾਂਦਾ ਹੈ। ਪਦ ਭਾਵ ਸ਼ਬਦ, ਇਹਨਾਂ ਕਾਵਿ ਰੂਪਾਂ ਦੇ ਵਿੱਚ ਉਹਨਾਂ ਦੀ ਰਚਨਾ ਹੈ। ਤੇ ਉਹਨਾਂ ਨੇ ਰਾਗ ਕਿਹੜੇ ਵਰਤੇ ਹਨ? ਰਾਗ ਗੌੜੀ, ਰਾਗ ਰਾਮਕਲੀ ਤੇ ਰਾਗ ਭੈਰੋਂ। ਇਹ ਜੋਗੀਆਂ ਦੇ ਪ੍ਰਸਿੱਧ ਰਾਗ ਹਨ, ਮਨ ਭਾਉਂਦੇ ਰਾਗ ਹਨ। ਇਹਨਾਂ ਦੀ ਵਰਤੋਂ ਕਰਦੇ ਹਨ ਤੇ ਉਹਦੇ ਵਿੱਚੋਂ ਗੌੜੀ, ਰਾਮਕਲੀ ਤੇ ਭੈਰੋਂ ਕਿਸ ਨੇ ਵਰਤੇ ਹਨ? ਅਸੀਂ ਗੱਲ ਕਰ ਰਹੇ ਹਾਂ ਗੋਰਖਨਾਥ ਦੀ, ਜਿਹੜੇ ਕਿ ਨਾਥ ਪੰਥ ਦੇ ਸਭ ਤੋਂ ਪ੍ਰਸਿੱਧ ਨਾਥ ਹਨ। ਇਸ ਤੋਂ ਬਿਨਾਂ ਇੱਕ ਵਾਰਤਕ ਰਚਨਾ ਗੋਰਖ ਉਪਨਿਸ਼ਦ ਵੀ ਆਪ ਦੇ ਨਾਂ ਨਾਲ ਜੋੜੀ ਜਾਂਦੀ ਹੈ, ਜਿਸ ਦੀਆਂ ਅੰਦਰਲੀਆਂ ਗਵਾਹੀਆਂ ਤੋਂ ਇਹ ਆਪ ਦੇ ਸਮੇਂ ਤੋਂ ਬਾਅਦ ਦੀ ਪ੍ਰਤੀਤ ਹੁੰਦੀ ਹੈ। ਭਾਵ ਕਿ ਜੇ ਇਸ ਨੂੰ ਪੜ੍ਹਿਆ ਜਾਵੇ ਹਵਾਲਿਆਂ ਸਹਿਤ ਤਾਂ ਇਹ ਸਿੱਧ ਹੋ ਜਾਂਦਾ ਹੈ ਕਿ ਇਹ ਜਿਹੜੀ ਗੋਰਖਨਾਥ ਦੀ ਰਚਨਾ ਨਹੀਂ ਹੈ। ਉਸ ਤੋਂ ਬਾਅਦ ਗੋਰਖ ਰਚਨਾ ਵਿੱਚ ਮੂਰਤੀ ਪੂਜਾ ਦੀ ਨਿਖੇਧੀ, ਭਾਵ ਇਹ ਮੂਰਤੀ ਪੂਜਾ ਤੋਂ ਰੋਕਦੇ ਹਨ। ਇਹਨਾਂ ਦੀ ਜਿਹੜੀ ਰਚਨਾ ਹੈ ਉਸ ਦੇ ਵਿੱਚ ਸਾਨੂੰ ਜਿਹੜੇ ਵਿਚਾਰ ਮਿਲਦੇ ਹਨ ਉਹਨਾਂ ਦੀ ਗੱਲ ਕਰ ਰਹੇ ਹਾਂ। ਮੂਰਤੀ ਪੂਜਾ ਦਾ ਨਿਖੇਧ ਕਰਦੇ ਹਨ, ਭਾਵ ਇਹ ਮੂਰਤੀ ਪੂਜਾ ਦਾ ਖੰਡਨ ਕਰਦੇ ਹਨ। ਹਠ ਯੋਗ ਦਾ ਪ੍ਰਚਾਰ ਕਰਦੇ ਹਨ। ਜਿੱਦ ਕਰਕੇ ਜਿਹੜਾ ਯੋਗ ਕੀਤਾ ਜਾਂਦਾ ਹੈ ਉਸ ਨੂੰ ਹਠ ਯੋਗ ਕਹਿੰਦੇ ਹਨ, ਭਾਵ ਆਪਣੇ ਸਰੀਰ ਨੂੰ ਦੁੱਖ ਤਕਲੀਫਾਂ ਦੇ ਕੇ ਜਿਹੜਾ ਯੋਗ ਕੀਤਾ ਜਾਂਦਾ ਉਸ ਨੂੰ ਹਠ ਯੋਗ ਕਹਿੰਦੇ ਹਨ। ਜਾਤ ਪਾਤ ਦਾ ਖੰਡਨ ਮਿਲਦਾ ਹੈ ਇਹਨਾਂ ਦੀ ਬਾਣੀ ਦੇ ਵਿੱਚੋਂ। ਕਾਮ ਤੇ ਕਾਬੂ,
ਭੋਗ ਵਿਲਾਸ ਦੀ ਨਿੰਦਿਆ ਕੀਤੀ ਹੈ ਇਹਨਾਂ ਨੇ। ਤਪ ਤੇ ਤਪੱਸਿਆ ਇਹ ਵਿਚਾਰ ਮਿਲਦੇ ਹਨ। ਏਕਤਾ ਤੇ ਸਮਾਨਤਾ, ਸਾਂਝੇ ਲੰਗਰ ਤੇ ਸਾਂਝੀ ਪਾਠ ਪੂਜਾ ਸੰਬੰਧੀ ਜਿਹੜੀਆਂ ਵਿਸ਼ੇਗਤ ਪੇਸ਼ਕਾਰੀ ਇਹਨਾਂ ਦੀ ਰਚਨਾ ਦੇ ਵਿੱਚੋਂ ਹੋਈ ਮਿਲਦੀ ਹੈ। ਆਪਾਂ ਨੂੰ ਪੁੱਛਿਆ ਜਾਵੇ ਕਿ ਗੋਰਖ ਬਾਣੀ ਦਾ, ਗੋਰਖ ਦੀ ਰਚਨਾ ਦਾ ਵਿਸ਼ਾ ਵਸਤੂ ਕੀ ਹੈ, ਤਾਂ ਇਹ ਗੋਰਖ ਦੀ ਬਾਣੀ ਦਾ ਵਿਸ਼ਾ ਵਸਤੂ ਹੈ। ਜਿਹੜੇ ਵਿਚਾਰ ਗੋਰਖ ਦੀ ਰਚਨਾ ਦੇ ਵਿੱਚ ਪੇਸ਼ ਹੋਏ ਹਨ ਉਹ ਇਹ ਹਨ। ਕਿਹੜੇ ਕਿਹੜੇ? ਇੱਕ ਤਾਂ ਮੂਰਤੀ ਪੂਜਾ ਦੀ ਨਿਖੇਧੀ ਕੀਤੀ ਹੈ, ਹਠ ਯੋਗ ਦਾ ਪ੍ਰਚਾਰ ਕੀਤਾ ਹੈ, ਜਾਤ ਪਾਤ ਦਾ ਖੰਡਨ। ਇਹ ਸਾਰੇ ਵਿਚਾਰ ਹੈ ਜਿਹੜੇ ਉਹਨਾਂ ਦੀ ਰਚਨਾ ਦਾ ਵਿਸ਼ਾ ਵਸਤੂ ਹਨ। ਗੋਰਖ ਰਚਨਾ ਵਿੱਚ ਅਲੰਕਾਰਕ ਚਿੰਨ੍ਹਾਂ ਤੇ ਵਿਅੰਗ ਭਰਪੂਰ ਸ਼ੈਲੀ ਰਾਹੀਂ ਵਿਚਾਰਾਂ ਨੂੰ ਸਫਲ ਢੰਗ ਦੇ ਨਾਲ ਪ੍ਰਗਟਾਇਆ ਗਿਆ ਹੈ। ਇੱਕ ਤਾਂ ਇਹਨਾਂ ਦਾ ਜਿਹੜਾ ਲਿਖਣ ਦਾ ਢੰਗ ਹੈ ਉਹ ਵਿਅੰਗ ਭਰਪੂਰ ਹੈ, ਤੇ ਦੂਜਾ ਇਹਨਾਂ ਨੇ ਚਿੰਨ੍ਹਾਂ ਦੀ ਵਰਤੋਂ ਕਰੀ ਹੈ, ਭਾਵ ਚਿੰਨ੍ਹਾਂ ਦੇ ਰਾਹੀਂ ਆਪਣੀ ਗੱਲ ਨੂੰ ਸਪਸ਼ਟ ਕੀਤਾ ਹੈ, ਤੇ ਜੋਗੀਆਂ ਦੇ ਭੇਖਾਂ ਦਾ ਖੰਡਨ ਕੀਤਾ ਹੈ। ਜੋਗੀ ਜੋ ਕੇਵਲ ਆਪਣੀ ਡਰੈਸ ਦੇ ਅਨੁਸਾਰ, ਆਪਣੇ ਪਹਿਰਾਵੇ ਦੇ ਅਨੁਸਾਰ ਜੋਗੀ ਬਣਦੇ ਹਨ, ਉਹਨਾਂ ਦਾ ਉਹਨਾਂ ਨੇ ਜਿਹੜੇ ਭੇਖ ਕਰਕੇ ਦਿਖਾਏ, ਕੇਵਲ ਭੇਖ ਦੇ ਰਾਹੀਂ ਹੀ ਲੋਕਾਂ ਨੂੰ ਭਰਮਾਉਣਾ ਚਾਹਿਆ, ਉਹਨਾਂ ਦਾ ਗੋਰਖਨਾਥ ਨੇ ਖੰਡਨ ਕੀਤਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬਾਨਾਂ ਅਤੇ ਗੁਰੂ ਕਵੀਆਂ ਨਾਲ ਭਾਸ਼ਾ ਕਾਫੀ ਮਿਲਦੀ ਹੈ। ਕਿਸ ਦੀ ਮਿਲਦੀ ਹੈ? ਗੋਰਖਨਾਥ ਦੀ ਗੱਲ ਕਰ ਰਹੇ ਹਾਂ ਅਸੀਂ। ਹਜੇ ਗੋਰਖਨਾਥ ਦੇ ਬਾਰੇ ਹੀ ਵਿਚਾਰ ਕਰ ਰਹੇ ਹਾਂ, ਕਿਉਂਕਿ ਇਹ ਨਾਥਾਂ ਜੋਗੀਆਂ ਦੇ ਵਿੱਚੋਂ ਸਭ ਤੋਂ ਪ੍ਰਸਿੱਧ ਹਨ, ਤੇ ਉਸ ਦੀ ਭਾਸ਼ਾ ਦੇ ਉੱਤੇ ਅਰਬੀ, ਫਾਰਸੀ ਤੇ ਸੰਸਕ੍ਰਿਤ ਦਾ ਪ੍ਰਭਾਵ ਵੀ ਹੈ, ਕਿਉਂਕਿ ਉਹ ਆਪ ਭ੍ਰੰਸ਼ ਕਾਲ ਦੇ ਕਵੀ ਹਨ, ਤਾਂ ਉਹਨਾਂ ਦੇ ਉੱਤੇ ਅਰਬੀ, ਫਾਰਸੀ ਤੇ ਸੰਸਕ੍ਰਿਤ ਦਾ ਪ੍ਰਭਾਵ ਹੈ ਜਿਹੜਾ ਉਹ ਹੈਗਾ। ਕਈ ਥਾਈਂ ਲੋਕ ਬੋਲੀ ਦਾ ਪ੍ਰਗਟਾਵਾ ਵੀ ਮਿਲਦਾ ਹੈ, ਤੇ ਉਹਨਾਂ ਦੀ ਰਚਨਾ ਦੇ ਨਮੂਨੇ ਦੇਖੋ। ਦਾਮ ਕਾਢ ਬਾਗਨ ਲੈ ਆਇਆ, ਮਾਓ ਕਹੇ ਮੇਰਾ ਪੂਤ ਵਿਆਹਿਆ, ਗੀਲੀ ਲੱਕੜੀ ਕੋ ਘੁਣ ਲਾਇਆ, ਤਿੰਨ ਡਾਲ ਮੂਲ ਸਨਖਾਇਆ। ਜਿਹੜੀ ਅਸੀਂ ਗੱਲ ਕਰੀ ਸੀ ਨਾ ਕਿ ਉਹ ਜਿਹੜੀ ਗੱਲ ਹੈ ਆਪਣੀ ਵਿਅੰਗ ਸ਼ੈਲੀ ਦੇ ਨਾਲ ਕਰਦੇ ਹਨ ਤੇ ਚਿੰਨ੍ਹਾਂ ਦੇ ਰਾਹੀਂ ਕਰਦੇ ਹਨ। ਇਹ ਦੋਨੇ ਹੀ ਗੱਲਾਂ ਸਾਨੂੰ ਇੱਥੇ ਮਿਲਦੀਆਂ ਹਨ ਕਿ ਮਾਤਾ ਕਹਿ ਰਹੀ ਹੈ ਕਿ ਮੇਰਾ ਪੁੱਤ ਵਿਆਹਿਆ ਗਿਆ, ਪਰ ਉਸ ਨੂੰ ਇਹ ਨਹੀਂ ਪਤਾ ਕਿ ਉਹ ਤਾਂ ਗਿੱਲੀ ਲੱਕੜ ਨੂੰ ਘੁਣ ਲੱਗ ਗਿਆ ਹੈ। ਤਿੰਨ ਡਾਲ ਮੂਲ ਸਨਖਾਇਆ, ਤੇ ਉਹਨੂੰ ਪੱਤਿਆਂ ਸਮੇਤ ਉਸਨੇ ਖਾ ਜਾਣਾ ਹੈ। ਦਾਮ ਕਾਢ ਭਾਵ ਪੈਸੇ ਦੇ ਕੇ ਬਾਗਨ ਲਿਆ। ਇੱਥੇ ਇਸਤਰੀ ਨਿੰਦਾ ਕੀਤੀ ਗਈ ਹੈ। ਇੱਕ ਹੈ ਜਿਹੜਾ ਜੋਗੀਨਾਥ ਜਿਹੜੇ ਸੀਗੇ ਉਹ ਇਸਤਰੀ ਨੂੰ ਆਪਣੀ ਭਗਤੀ ਦੇ ਵਿੱਚ ਸਭ ਤੋਂ ਵੱਡੀ ਬਾਧਾ, ਸਭ ਤੋਂ ਵੱਡੀ ਮੁਸੀਬਤ ਮੰਨਦੇ ਸਨ। ਇਸ ਲਈ ਨਾਥਾਂ ਜੋਗੀਆਂ ਦੀ ਕਵਿਤਾ ਦੇ ਵਿੱਚ ਇਸਤਰੀ ਨਿੰਦਿਆ ਮਿਲਦੀ ਹੈ, ਤੇ ਇਹੋ ਹੀ ਇੱਥੇ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਵਿਅੰਗ ਸ਼ੈਲੀ ਦੇ ਵਿੱਚ ਇਸਤਰੀ ਨਿੰਦਾ ਕੀਤੀ ਜਾ ਰਹੀ ਹੈ, ਤੇ ਚਿੰਨ੍ਹਾਂ ਦੇ ਰਾਹੀਂ ਇਹ ਗੱਲ ਕਹੀ ਜਾ ਰਹੀ ਹੈ। ਇਹ ਗੋਰਖ ਬਾਣੀ ਦਾ ਸਾਨੂੰ ਇੱਕ ਜਿਹੜਾ ਹੈ ਉਦਾਹਰਨ ਅਸੀਂ ਕਰਿਆ ਹੈ। ਉਸ ਤੋਂ ਬਾਅਦ ਹੋਰ ਕੁਛ ਅਸੀਂ ਉਦਾਹਰਨ ਦੇਖਦੇ ਹਾਂ। ਹਿੰਦੂ ਧਿਆਵੇ ਦੇਹੁਰਾ, ਮੁਸਲਮਾਨ ਮਸੀਤਾ, ਜੋਗੀ ਧਿਆਵੇ ਪਰਮ ਪਦ, ਦੇਹੁਰਾ ਨਾ ਮਸੀਤਾ। ਕਿ ਜੋਗੀ ਹੈ ਜਿਹੜਾ ਉਹ ਪਰਮ ਪਦ ਭਾਵ ਸ਼ਬਦ ਨੂੰ ਮੰਨਦਾ ਹੈ, ਨਾ ਤਾਂ ਉਹ ਮੰਦਰ ਨੂੰ ਮੰਨਦਾ ਹੈ, ਨਾ ਮਸੀਤ ਨੂੰ ਮੰਨਦਾ ਹੈ। ਤਾਂ ਇਹ ਜਿਹੜੇ ਉਦਾਹਰਨ ਹਨ ਸਾਨੂੰ ਗੋਰਖ ਬਾਣੀ ਦੇ ਵਿੱਚੋਂ ਮਿਲਦੇ ਹਨ। ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਚਰਪਟਨਾਥ ਦੀ। ਤੇ ਚਰਪਟਨਾਥ ਦਾ ਜਿਹੜਾ ਸਮਾਂ ਹੈ ਉਹ ਡਾਕਟਰ ਮੋਹਨ ਸਿੰਘ ਦੀਵਾਨਾ ਨੇ 890 ਤੋਂ 990 ਈਸਵੀ ਤੱਕ ਦਾ ਮੰਨਿਆ ਹੈ। ਤੇ ਕਈ ਵਿਦਵਾਨ ਇਸ ਨੂੰ ਗੋਰਖ ਦਾ ਗੁਰੂ ਭਾਈ ਵੀ ਮੰਨਦੇ ਹਨ, ਭਾਵ ਇਹਨਾਂ ਨੇ ਸਿੱਖਿਆ ਇੱਕੋ ਹੀ ਗੁਰੂ ਤੋਂ ਲਈ ਸੀ। ਪਰ ਚਰਪਟਨਾਥ ਰਤਨਨਾਥ ਤੇ ਬਾਲਨਾਥ ਵਾਂਗ ਗੋਰਖਨਾਥ ਦਾ ਪ੍ਰਸਿੱਧ ਚੇਲਾ ਸੀ। ਇਹ ਹੁਣ ਇੱਥੇ ਦੋ ਵਿਚਾਰ ਬਣ ਗਏ। ਇੱਕ ਤਾਂ ਇਹ ਮੰਨਦੇ ਹਨ ਕਿ ਇਹ ਦੋਨੇ ਗੁਰ ਭਾਈ ਸਨ, ਭਾਵ ਇਹਨਾਂ ਨੇ ਇੱਕ ਹੀ ਗੁਰੂ ਤੋਂ ਸਿੱਖਿਆ ਲਈ। ਤੇ ਕੁਝ ਵਿਦਵਾਨ ਇਹ ਮੰਨਦੇ ਹਨ ਕਿ ਇਹ ਗੋਰਖਨਾਥ ਦਾ ਪ੍ਰਸਿੱਧ ਚੇਲਾ ਸੀ। ਕੁਛ ਨੇ ਤਾਂ ਮੰਨਿਆ ਹੈ ਕਿ ਗੋਰਖਨਾਥ ਦਾ ਗੁਰ ਭਾਈ ਸੀ, ਤੇ ਕੁਛ ਕਹਿੰਦੇ ਹੈ ਕਿ ਇਹ ਗੋਰਖ ਦਾ ਚੇਲਾ ਸੀ। ਇਹ ਦੋਨੇ ਹੀ ਗੱਲਾਂ ਸਾਨੂੰ ਯਾਦ ਰੱਖਣੀਆਂ ਹੈ। ਤੇ ਜੋ ਚੰਬਾ ਰਿਆਸਤ ਦੇ ਰਾਜੇ ਸਾਹਿਲ ਵਰਮਾ ਦਾ ਗੁਰੂ ਬਣਿਆ, ਤੇ ਇਸ ਰਿਆਸਤ ਦੇ ਸਿੱਕਿਆਂ ਉੱਪਰ ਮੁੰਦਰਾਂ ਦੇ ਨਿਸ਼ਾਨ ਵੀ ਮਿਲਦੇ ਹਨ। ਮੁੰਦਰਾਂ ਦੇ ਨਿਸ਼ਾਨ ਭਾਵ ਯੋਗ ਮਤ ਦੇ ਨਾਲ ਜੁੜਿਆ ਹੋਣਾ, ਕਿ ਉਸ ਨੇ ਆਪਣੇ ਨਾਥ ਗੁਰੂ ਨੂੰ ਗੁਰੂ ਧਾਰਨ ਕੀਤਾ ਸੀ, ਤਾਂ ਉੱਥੇ ਮੁੰਦਰਾਂ ਦੇ ਨਿਸ਼ਾਨ ਵੀ ਦੇਖਣ ਨੂੰ ਮਿਲੇ ਹਨ। ਉਸ ਤੋਂ ਬਾਅਦ ਚਰਪਟਨਾਥ ਨੇ ਗੋਰਖਨਾਥ ਦੀ ਵਿਚਾਰਧਾਰਾ ਨੂੰ ਹੀ ਅਪਣਾਇਆ ਤੇ ਅੱਗੇ ਤੁਰਿਆ ਹੈ। ਭਾਵ ਚਰਪਟਨਾਥ ਹੈ ਜਿਹੜਾ ਉਹ ਗੋਰਖਨਾਥ ਨੇ ਜੋ ਆਪਣੀ ਵਿਚਾਰਧਾਰਾ ਪੇਸ਼ ਕੀਤੀ ਸੀ, ਜਿਹੜੀ ਆਪਾਂ ਪਹਿਲਾਂ ਪੜ੍ਹਿਆ ਸੀਗਾ, ਮੂਰਤੀ ਪੂਜਾ ਦਾ ਖੰਡਨ, ਭੇਖ ਦਾ ਖੰਡਨ, ਉਹੀ ਜਿਹੜੀ ਵਿਚਾਰਧਾਰਾ ਹੈ ਉਹ ਚਰਪਟਨਾਥ ਦੀ ਹੈ।
ਤੇ ਉਸ ਦੀ ਕਵਿਤਾ ਵਿੱਚ ਸਾਧਾਂ ਜੋਗੀਆਂ ਦੇ ਬਾਹਰੀ ਭੇਖ ਤੇ ਦੰਭੀ ਆਚਰਣ ਨੂੰ ਨਿਝੱਕ ਹੋ ਕੇ ਵਿਅੰਗ ਭਰਪੂਰ ਅੰਦਾਜ਼ ਵਿੱਚ ਚਿੱਤਰਿਆ ਗਿਆ ਹੈ। ਬਾਹਰੀ ਭੇਖ ਦਾ ਖੰਡਨ ਹੀ ਗੋਰਖਨਾਥ ਨੇ ਕੀਤਾ ਸੀ। ਇਹੀ ਗੱਲ ਅਸੀਂ ਕਹਿ ਰਹੇ ਹਾਂ ਕਿ ਗੋਰਖਨਾਥ ਦੀ ਜਿਹੜੀ ਵਿਚਾਰਧਾਰਾ ਹੈ ਉਸੇ ਨੂੰ ਅਪਣਾਇਆ, ਤੇ ਜਿਹੜਾ ਉਹਨਾਂ ਦਾ ਭੇਖ ਦੇ ਦੰਭੀ ਆਚਰਣ ਇਸ ਦਾ ਉਹਨਾਂ ਨੇ ਖੰਡਨ ਕੀਤਾ ਹੈ। ਤੇ ਸ਼ੈਲੀ ਕਿਹੜੀ ਵਰਤੀ ਹੈ? ਵਿਅੰਗ ਭਰਪੂਰ। ਇਹੋ ਹੀ ਸ਼ੈਲੀ ਗੋਰਖ ਦੀ ਸੀ। ਉਸ ਦੇ ਕਈ ਕਥਨ ਮੁਹਾਵਰੇ ਬਣ ਗਏ ਹਨ। ਚਰਪੜ ਨੂੰ ਹਾਸ ਰਸੀ ਕਾਵਿ ਦਾ ਮੋਢੀ ਕਿਹਾ ਜਾਂਦਾ ਹੈ। ਇਹ ਗੱਲ ਧਿਆਨ ਰੱਖਣ ਯੋਗ ਹੈ ਕਿ ਚਰਪਟ ਹੈ ਜਿਹੜੇ ਉਹ ਹਾਸ ਰਸ ਦੀ ਮੋਢੀ ਕਵੀ ਹਨ, ਹਾਸ ਰਸ ਦੇ ਮੋਢੀ ਕਵੀ। ਇਹ ਗੱਲ ਚਰਪਟ ਨਾਥ ਬਾਰੇ ਵਿਸ਼ੇਸ਼ ਰੂਪ ਤੋਂ ਯਾਦ ਰੱਖਣ ਯੋਗ ਹੈ। ਹਾਸ ਰਸ ਦਾ ਮੋਢੀ, ਹਾਸ ਰਸ ਦੇ ਮੋਢੀ ਕਵੀ। ਚਰਪਟ ਦੀ ਬੋਲੀ ਤੇ ਸ਼ੈਲੀ ਗੋਰਖ ਨਾਲੋਂ ਵਧੇਰੇ ਠੇਠ ਤੇ ਵੈਰ ਵੰਨ ਸੁਵੰਨਾ ਹੈ। ਭਾਵ ਜਿਹੜੀ ਬੋਲੀ ਹੈ ਇਹ ਗੋਰਖ ਦੇ ਨਾਲੋਂ ਠੇਠ ਹੋ ਗਈ ਹੈ, ਸ਼ੁੱਧ ਹੋ ਗਈ ਹੈ। ਉਸ ਦੀ ਰਚਨਾ ਦੇ ਨਮੂਨੇ ਅਸੀਂ ਇਸ ਤਰ੍ਹਾਂ ਦੇਖ ਸਕਦੇ ਹਾਂ। ਭੇਖ ਕਾ ਜੋਗੀ ਮੈਂ ਨਾ ਕਹਾਊਂ, ਆਤਮਾ ਕਾ ਜੋਗੀ ਚਰਪੜ ਨਾਉ। ਭਾਵ ਉਹ ਜੋਗ ਨੂੰ ਆਤਮਾ ਤੋਂ ਧਾਰਿਆ ਹੋਏ ਮੰਨਦੇ ਸਨ। ਭੇਖ ਕਰਕੇ ਕੇਵਲ ਪਹਿਰਾਵਾ ਪਹਿਨ ਲੈਣ ਦੇ ਨਾਲ ਜੋਗੀ ਨਹੀਂ ਬਣ ਜਾਂਦਾ। ਇਹੋ ਹੀ ਗੱਲ ਉਹ ਕਹਿ ਰਹੇ ਹਨ। ਜੀਵਨ ਜਿਉਣ ਦੀ ਵਿਧੀ ਬੜੇ ਵਧੀਆ ਤਰੀਕੇ ਦੇ ਨਾਲ ਦੱਸੀ ਆ ਉਹਨਾਂ ਨੇ। ਸੁਣ ਸਿਖਵੰਤਾ ਸੁਣ ਪਤਵੰਤਾ, ਇਸ ਜੱਗ ਮੇ ਕੈਸੇ ਰਹਿਣਾ। ਇਸ ਜੱਗ ਦੇ ਵਿੱਚ ਕਿਵੇਂ ਰਹਿਣਾ ਹੈ ਉਹ ਦੱਸ ਰਹੇ ਹਨ। ਅੱਖੀਂ ਦੇਖਣਾ, ਕੰਨੀ ਸੁਣਨਾ, ਮੁਖ ਸੇ ਕੁਛ ਨਾ ਕਹਿਣਾ। ਭਾਵ ਅੱਖਾਂ ਦੇ ਨਾਲ ਦੇਖਿਆ, ਕੰਨਾਂ ਦੇ ਨਾਲ ਸੁਣਿਆ, ਪਰ ਮੁਖ ਤੋਂ ਕੁਛ ਨਹੀਂ ਬੋਲਣਾ। ਇਹ ਜੀਵਨ ਜਾਂਚ ਹੈ ਜਿਹੜੀ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਦੱਸੀ ਹੈ। ਇਹ ਕੁਛ ਉਦਾਹਰਨ ਸਨ ਜਿਹੜੇ ਅਸੀਂ ਲਏ ਚਰਪੜ ਨਾਥ ਦੇ। ਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਚੁਰੰਗੀ ਨਾਥ ਦੀ। ਚੁਰੰਗੀ ਨਾਥ ਦਾ ਜਿਹੜਾ ਸਮਾਂ ਹੈ ਉਹ 11ਵੀਂ ਤੋਂ 13ਵੀਂ ਸਦੀ ਦੇ ਵਿਚਕਾਰ ਦਾ ਮੰਨਿਆ ਜਾਂਦਾ ਹੈ। ਉਹ ਮਛੰਦਰ ਨਾਥ ਦਾ ਚੇਲਾ ਤੇ ਗੋਰਖਨਾਥ ਦਾ ਗੁਰਭਾਈ ਸੀ। ਮਛੰਦਰ ਨਾਥ ਪੜ੍ਹ ਕੇ ਆਏ ਆ ਨਾ ਆਪਾਂ, ਤੇ ਮਛੰਦਰ ਨਾਥ ਦਾ ਚੇਲਾ ਕੌਣ? ਚੁਰੰਗੀ ਨਾਥ। ਤੇ ਗੋਰਖਨਾਥ ਦਾ ਗੁਰਭਾਈ, ਭਾਵ ਗੋਰਖਨਾਥ ਦਾ ਗੁਰੂ ਤੇ ਚੁਰੰਗੀ ਨਾਥ ਦਾ ਗੁਰੂ ਇੱਕੋ ਹੀ ਸੀ। ਵਿਦਵਾਨਾਂ ਅਨੁਸਾਰ ਚੁਰੰਗੀ ਨਾਥ ਸਿਆਲਕੋਟ ਦੇ ਰਾਜਾ ਸਲਵਾਨ ਦਾ ਪੁੱਤਰ ਪੂਰਨ ਭਗਤ ਸੀ। ਪੂਰਨ ਭਗਤ ਦੀ ਕਥਾ ਆਉਂਦੀ ਹੈ ਨਾ, ਰਾਜਾ ਸਲਵਾਨ ਉਸ ਦਾ ਪਿਤਾ ਸੀ। ਤੇ ਇਹੀ ਪੂਰਨ ਭਗਤ ਹੈ ਜਿਹੜਾ ਕਹਿੰਦੇ ਇਹੀ ਚੁਰੰਗੀ ਨਾਥ ਸੀ। ਤੇ ਚੁਰੰਗੀ ਨਾਥ ਦੀ ਰਚਨਾ ਸਾਨੂੰ ਮਿਲਦੀ ਹੈ ਪ੍ਰਾਣ ਸੰਗਲੀ ਤੇ ਕੁਝ ਹੋਰ ਸ਼ਬਦ ਸ਼ਲੋਕਾਂ ਦੇ ਰੂਪ ਦੇ ਵਿੱਚ। ਤੇ ਉਸ ਦੀ ਭਾਸ਼ਾ ਪੰਜਾਬੀ ਘੱਟ ਤੇ ਰਾਜਸਥਾਨੀ ਵਧੇਰੇ ਹੈ। ਇਹ ਅਸੀਂ ਜਾਣਕਾਰੀ ਰੱਖਣੀ ਹੈ ਚੁਰੰਗੀ ਨਾਥ ਦੇ ਬਾਰੇ ਕਿ ਇਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਪੰਜਾਬੀ ਘੱਟ ਹੈ ਤੇ ਰਾਜਸਥਾਨੀ ਦੇ ਜ਼ਿਆਦਾ ਨੇੜੇ ਹੈ। ਰਤਨ ਨਾਥ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ। ਰਤਨ ਨਾਥ ਦਾ ਜੀਵਨ ਕਾਲ ਹੈ ਜਿਹੜਾ ਉਹ 10ਵੀਂ ਤੋਂ 12ਵੀਂ ਸਦੀ ਦੇ ਵਿਚਕਾਰ ਮੰਨਿਆ ਜਾਂਦਾ ਹੈ। ਤੇ ਉਹ ਬਾਬਾ ਰਤਨ, ਪੀਰ ਰਤਨ, ਹਾਜੀ ਰਤਨ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਡੇ ਲਈ ਸਵਾਲ ਇਹ ਆਵੇ ਕਿ ਰਤਨ ਨਾਥ ਨੂੰ ਹੋਰ ਕਿਹੜੇ-ਕਿਹੜੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ, ਤਾਂ ਉੱਥੇ ਅਸੀਂ ਬਾਬਾ ਰਤਨ, ਪੀਰ ਰਤਨ ਤੇ ਹਾਜੀ ਰਤਨ ਉਹਨਾਂ ਨੂੰ ਕਹਿ ਸਕਦੇ ਹਾਂ। ਇਹਨਾਂ ਨੂੰ ਬਠਿੰਡੇ ਦਾ ਵਸਨੀਕ ਮੰਨਦੇ ਹਨ ਕਈ ਵਿਦਵਾਨ, ਤੇ ਬਠਿੰਡੇ ਸ਼ਹਿਰ ਵਿੱਚ ਉਸ ਦੀ ਯਾਦਗਾਰ ਵੀ ਬਣੀ ਹੋਈ ਹੈ। ਰਤਨ ਨਾਥ ਹਿੰਦੂ ਹੁੰਦਾ ਹੋਇਆ ਵੀ ਹੱਜ ਕਰ ਆਇਆ ਸੀ, ਇਸ ਲਈ ਇਹਨਾਂ ਨੂੰ ਹਾਜੀ ਰਤਨ ਕਿਹਾ ਜਾਂਦਾ ਹੈ। ਤਾਂ ਇੱਕ ਸਵਾਲ ਇੱਥੇ ਇਹ ਵੀ ਬਣ ਗਿਆ ਕਿ ਰਤਨ ਨਾਥ ਹੈ ਜਿਹੜਾ ਇਹਨਾਂ ਨੂੰ ਹਾਜੀ ਰਤਨ ਕਿਉਂ ਕਿਹਾ ਜਾਂਦਾ ਹੈ? ਉਹ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਹੱਜ ਹੈ ਜਿਹੜਾ ਵੈਸੇ ਤਾਂ ਮੁਸਲਮਾਨ ਲੋਕ ਕਰਦੇ ਹਨ, ਪਰ ਇਹ ਹਿੰਦੂ ਹੁੰਦੇ ਹੋਏ ਵੀ ਹੱਜ ਕਰ ਆਏ ਸਨ, ਇਸ ਲਈ ਇਹਨਾਂ ਨੂੰ ਹਾਜੀ ਰਤਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਤੇ ਉਹ ਗੋਰਖਨਾਥ ਦਾ ਚੇਲਾ ਮੰਨਿਆ ਜਾਂਦਾ ਹੈ। ਰਤਨ ਨਾਥ ਦੇ ਗੁਰੂ ਕੌਣ ਹਨ? ਗੋਰਖਨਾਥ। ਇਹ ਵੀ ਗੱਲ ਅਸੀਂ ਰਤਨ ਨਾਥ ਦੇ ਬਾਰੇ ਯਾਦ ਰੱਖਣੀ ਹੈ ਕਿ ਇਹ ਗੋਰਖਨਾਥ ਦੇ ਚੇਲੇ ਸਨ। ਅੱਗੇ ਗੱਲ ਕਰਦੇ ਹਾਂ ਅਸੀਂ ਉਹਨਾਂ ਦੀ ਸ਼ਬਦੀ ਗੋਰਖਬਾਣੀ ਦੇ ਵਿੱਚ ਮਿਲਦੀ ਹੈ, ਤੇ ਜਿਸ ਵਿੱਚ ਉਸਨੇ ਆਪਣੇ ਨਾਂ ਨਾਲ ਹਾਜੀ ਸ਼ਬਦ ਵਰਤਿਆ ਹੈ। ਇਹ ਉਹਨਾਂ ਦੀ ਸ਼ਬਦੀ ਹੈ ਕਿਹਦੀ? ਰਤਨ ਨਾਥ ਦੀ। ਤੇ ਇਸ ਦੇ ਵਿੱਚ ਉਹਨਾਂ ਨੇ ਹਾਜੀ ਸ਼ਬਦ ਵਰਤਿਆ ਹੈ। ਰਪਾ ਮੁਹੰਮਦ ਸੋਨਾ ਖੁਦਾਈ, ਦੋਹ ਵਿੱਚ ਦੁਨੀਆ ਗੋਤਾ ਖਾਈ, ਬਾਬਾ ਰਤਨ ਹਾਜੀ ਐਸੀ ਕਹੈ, ਸਭ ਤੇ ਨਿਆਰਾ ਰਹੇ। ਆਪਣੇ ਨਾਮ ਦੇ ਨਾਲ ਉਹ ਹਾਜੀ ਸ਼ਬਦ ਵਰਤਦੇ ਹਨ। ਇਸ ਤੋਂ ਬਿਨਾਂ ਆਪਦੀਆਂ ਦੋ ਹੋਰ ਰਚਨਾਵਾਂ ਮਿਲਦੀਆਂ ਹਨ। ਉਹ ਦੋ ਹੋਰ ਰਚਨਾਵਾਂ ਕਿਹੜੀਆਂ-ਕਿਹੜੀਆਂ ਹਨ? ਇੱਕ ਤਾਂ ਹੈ ਕਾਫਰ ਬੋਧ ਤੇ ਦੂਜੀ ਹੈ ਅਵਲੀ ਸਲੂਕ। ਇਹ ਦੋ ਰਚਨਾਵਾਂ ਹੈ ਜਿਹੜੀਆਂ ਬਾਬਾ ਰਤਨ ਨਾਥ ਦੇ ਨਾਮ ਦੇ ਨਾਲ ਜੋੜੀਆਂ ਜਾਂਦੀਆਂ ਹਨ। ਹੁਣ ਅਸੀਂ ਗੱਲ ਕਰਦੇ ਹਾਂ ਗੋਪੀ ਚੰਦ ਦੀ।
ਸਾਨੂੰ ਜਿਹੜੇ ਹੋਰ ਨਾਥ ਹਨ ਉਹਨਾਂ ਦੀ ਵੈਸੇ ਤਾਂ ਹੋਰ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ, ਪਰ ਗੋਪੀ ਚੰਦ ਹੈ ਜਿਹੜੇ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਵੀ ਸਾਨੂੰ ਮਿਲਦਾ ਹੈ। ਉਹਨਾਂ ਦੇ ਪਿਤਾ ਦਾ ਨਾਮ ਰਾਜਾ ਮਾਨਕ ਤੇ ਮਾਤਾ ਦਾ ਨਾਮ ਮੈਨਾਵੰਤੀ ਸੀ। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਆਪਣੀ ਮਾਤਾ ਦੀ ਪ੍ਰੇਰਨਾ ਦੇ ਨਾਲ ਹੀ ਯੋਗ ਪੰਥ ਦੇ ਵਿੱਚ ਆਏ ਸਨ ਤੇ ਉਹਨਾਂ ਦੀ ਇੱਕ ਸ਼ਬਦੀ ਤੋਂ ਉਹਨਾਂ ਦੇ ਗੋਰਖਨਾਥ ਦੇ ਚੇਲੇ ਤੇ ਚਰਪੜਨਾਥ ਦੇ ਗੁਰਭਾਈ ਹੋਣ ਦਾ ਪਤਾ ਚੱਲਦਾ ਹੈ। ਤੇ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਇਹ ਯੋਗ ਪੰਥ ਧਾਰਨ ਕੀਤਾ ਸੀ ਆਪਣੀ ਮਾਤਾ ਦੀ ਪ੍ਰੇਰਨਾ ਸਦਕੇ ਕੀਤਾ ਸੀ, ਉਹ ਵੀ ਇਸ ਸ਼ਬਦੀ ਦੇ ਵਿੱਚ ਸਾਨੂੰ ਪ੍ਰਮਾਣ ਹੈ ਜਿਹੜਾ ਮਿਲਦਾ ਹੈ। ਗੁਰੂ ਹਮਾਰੇ ਗੋਰਖ ਬੋਲੀਐ ਚਰਪਟ ਹੈ ਗੁਰਭਾਈ ਜੀ। ਚਰਪਟ ਨੂੰ ਆਪਣਾ ਗੁਰਭਾਈ ਦੱਸਦੇ ਹਨ। ਜੈ ਕੇ ਸ਼ਬਦ ਹਮਕੂ ਗੁਰ ਗੋਰਖਨਾਥ ਕੀਆ ਸੋਵੈ ਲਿਖਿਆ ਮੈਨਾਵੰਤੀ ਮਾਈ ਜੀ। ਭਾਵ ਮੈਨਾਵੰਤੀ ਮਾਤਾ ਦੇ ਪ੍ਰੇਰਨਾ ਸਦਕਾ ਉਹਨਾਂ ਨੇ ਯੋਗ ਪੰਥ ਨੂੰ ਧਾਰਨ ਕੀਤਾ ਸੀ। ਇਹ ਜਾਣਕਾਰੀ ਮਿਲਦੀ ਹੈ ਸਾਨੂੰ ਗੋਪੀ ਚੰਦ ਦੇ ਬਾਰੇ। ਤੇ ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਭਰਥਰੀਨਾਥ ਦੀ। ਭਰਥਰੀਨਾਥ ਦੇ ਜੀਵਨ ਦੇ ਨਾਲ ਸੰਬੰਧਿਤ ਬਹੁਤ ਕਥਾਵਾਂ ਪ੍ਰਚਲਿਤ ਹਨ ਤੇ ਇਹਨਾਂ ਦਾ ਜੀਵਨ ਕਾਲ ਹੈ ਜਿਹੜਾ ਉਹ 11ਵੀਂ ਤੇ 12ਵੀਂ ਸਦੀ ਦੇ ਵਿਚਕਾਰ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਭਰਥਰੀ ਨੇ ਆਪਣੀ ਪਤਨੀ ਪਿੰਗਲਾ ਦੀ ਮੌਤ ਉਪਰੰਤ ਗੋਰਖਨਾਥ ਤੋਂ ਪ੍ਰਭਾਵਿਤ ਹੋ ਕੇ ਨਾਥ ਪੰਥ ਗ੍ਰਹਿਣ ਕੀਤਾ ਸੀ। ਆਪਣੀ ਪਤਨੀ ਪਿੰਗਲਾ ਦੀ ਮੌਤ ਉਪਰੰਤ ਗੋਰਖਨਾਥ ਦੀ ਪ੍ਰੇਰਨਾ ਸਦਕੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਰਚਨਾ ਵਿੱਚ ਵੀ ਪੰਜਾਬੀ ਅੰਸ਼ ਮੌਜੂਦ ਹਨ ਤੇ ਪੰਜਾਬੀ ਕਿੱਸਾ ਕਾਵਿ ਵਿੱਚ ਉਸ ਨਾਲ ਸੰਬੰਧਿਤ ਕਿੱਸੇ ਵੀ ਮਿਲਦੇ ਹਨ। ਭਾਵ ਅਜਿਹੇ ਨਾਥ ਕਿਹੜੇ ਹਨ ਜਿਨ੍ਹਾਂ ਤੋਂ ਸੰਬੰਧਿਤ ਸਾਨੂੰ ਕਿੱਸਾ ਕਾਵਿ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ, ਉਹ ਹਨ ਭਰਥਰੀਨਾਥ। ਭਰਥਰੀਨਾਥ ਦੇ ਬਾਰੇ ਸਾਨੂੰ ਕਿੱਸਾ ਕਾਵਿ ਦੇ ਵਿੱਚ ਵੀ ਜਾਣਕਾਰੀ ਮਿਲਦੀ ਹੈ। ਇਸ ਤਰ੍ਹਾਂ ਉਪਰੋਕਤ ਨਾਥ ਜੋਗੀ ਕਵੀਆਂ ਦੇ ਜੀਵਨ ਤੇ ਰਚਨਾਵਾਂ ਨਾਲ ਸੰਬੰਧਿਤ ਚਰਚਾ ਕਰਨ ਤੋਂ ਬਾਅਦ ਅਸੀਂ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਅਮੀਰੀ ਤੇ ਪ੍ਰਾਚੀਨਤਾ ਤੋਂ ਜਾਣੂ ਹੁੰਦੇ ਹਾਂ। ਯਾਨੀ ਕਿ ਇਹ ਜਿਹੜੇ ਨਾਥ ਜੋਗੀ ਸਨ, ਇਹਨਾਂ ਦਾ ਜਿਹੜਾ ਜੀਵਨ ਕਾਲ ਹੈ ਉਹ ਅਸੀਂ 8ਵੀਂ 9ਵੀਂ ਸਦੀ ਤੋਂ ਲੈ ਕੇ ਤੇ 11ਵੀਂ 12ਵੀਂ ਸਦੀ ਦੇ ਵਿਚਕਾਰ ਮੰਨਿਆ ਹੈ ਸਾਰਿਆਂ ਦਾ। ਤੇ ਇਹ ਪੰਜਾਬ ਦੇ ਵਿੱਚ ਹੀ ਘੁੰਮਦੇ ਰਹੇ ਹਨ ਤੇ ਪੰਜਾਬ ਦੇ ਵਿੱਚ ਹੀ ਇਹਨਾਂ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ। ਤਾਂ ਨਿਸ਼ਚਿਤ ਰੂਪ ਤੋਂ ਇਹਨਾਂ ਦੀ ਭਾਸ਼ਾ ਹੈ ਜਿਹੜੀ ਉਹ ਪੁਰਾਤਨ ਪੰਜਾਬੀ ਹੀ ਹੈ, ਅਪਭ੍ਰੰਸ਼ ਉਹਦੇ ਵਿੱਚ ਜ਼ਰੂਰ ਮਿਲੀ ਹੋਈ ਹੈ। ਤੇ ਇਸ ਤੋਂ ਸਾਨੂੰ ਜਿਹੜੀ ਪੰਜਾਬੀ ਸਾਹਿਤ ਦੀ ਪੁਰਾਤਨਤਾ ਤੇ ਉਸਦੀ ਅਮੀਰੀ ਦਾ ਗਿਆਨ ਹੁੰਦਾ ਹੈ। ਤੇ ਪੰਜਾਬੀ ਭਾਸ਼ਾ ਦਾ ਜਿਹੜਾ ਸਾਹਿਤ ਹੈ ਉਹ 9ਵੀਂ 10ਵੀਂ ਸਦੀ ਤੋਂ ਹੀ ਰਚਿਆ ਜਾਣਾ ਆਰੰਭ ਹੋ ਗਿਆ ਸੀ। ਇਹ ਪ੍ਰਮਾਣ ਵੀ ਸਾਨੂੰ ਨਾਥਾਂ ਜੋਗੀਆਂ ਦੀ ਕਵਿਤਾ ਦੇ ਵਿੱਚੋਂ ਮਿਲਦਾ ਹੈ। ਹੁਣ ਤੱਕ ਅਸੀਂ ਪੜ੍ਹਿਆ ਨਾਥਾਂ ਜੋਗੀਆਂ ਦੀ ਕਵਿਤਾ ਦੇ ਬਾਰੇ, ਅੱਗੇ ਅਸੀਂ ਪੜ੍ਹਾਂਗੇ ਵੀਰ ਕਾਵਿਧਾਰਾ ਦੇ ਬਾਰੇ। ਉਦੋਂ ਤੱਕ ਲਈ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।